ਸ਼੍ਰੀ ਅਕਾਲ ਜੀ। ਦ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ। ਕਹਿੰਦੇ ਨੇ ਕਿ ਜਿਹੜਾ ਰੰਗਮੰਚ ਹੁੰਦਾ ਹੈ ਉਸਦਾ ਇੱਕ ਆਪਣਾ ਹੀ ਮੁਲਕ ਤੇ ਆਪਣਾ ਹੀ ਇੱਕ ਸਮਾਜ ਹੁੰਦਾ ਹੈ ਤੇ ਰੰਗਮੰਚ ਦੀ ਦੁਨੀਆ ਵਿੱਚ ਜੇਕਰ ਅਸੀਂ ਨਾਟਕਕਾਰਾਂ ਦੀ ਗੱਲ ਕਰਦੇ ਹਾਂ ਤਾਂ ਨਾਟਕ ਜਿਹੜੇ ਪੰਜਾਬੀ ਦੇ ਸਾਡੇ ਹੈਗੇ ਨੇ ਉਹ 3 ਪੀੜ੍ਹੀਆਂ ਦਾ ਸਫ਼ਰ ਤੈਅ ਕਰਕੇ ਚੌਥੀ ਪੀੜ੍ਹੀ ਵਿੱਚ ਦਾਖਲ ਹੋ ਚੁੱਕੇ ਨੇ ਤੇ ਮੰਨਦੇ ਹਾਂ ਕਿ ਚੌਥੀ ਪੀੜ੍ਹੀ ਦੇ ਜਿਹੜੇ ਨਾਟਕਕਾਰ ਨੇ ਉਹ ਬਹੁਤ ਹੀ ਖੁਸ਼ਕਿਸਮਤ ਨੇ ਕਿਉਂਕਿ ਉਹਨਾਂ ਦੇ ਦੌਰ ਵਿੱਚ ਬਹੁਤ ਹੀ ਗੁਣਵੱਤਾ ਵਾਲੇ ਤੇ ਗਿਣਾਤਮਕ ਵਾਲੇ ਜਿਹੜੇ ਨਾਟਕ ਨੇ ਉਹਨਾਂ ਦੀ ਰਚਨਾ ਹੋਈ ਹੈ ਤੇ ਇਹਨਾਂ ਹੀ ਨਾਟਕਕਾਰਾਂ ਵਿੱਚੋਂ ਚੌਥੀ ਪੀੜ੍ਹੀ ਦੇ ਜਿਹੜੇ ਸਾਡੇ ਦਰਮਿਆਨ ਅੱਜ ਮੌਜੂਦ ਨੇ ਉਹ ਨੇ ਜੀ ਵਰਿਆਮ ਮਸਤ ਜੀ। ਵਰਿਆਮ ਮਸਤ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ, ਥੈਂਕ ਯੂ ਵੈਰੀ ਮਚ। ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦ ਟੀਵੀ ਐਨਆਰਆਈ ਦੇ ਸਟੂਡੀਓ ਦੇ ਵਿੱਚ। ਤੁਸੀਂ ਆਪਣਾ ਸਮਾਂ ਕੱਢਿਆ ਤੇ ਆਏ। ਥੈਂਕ ਯੂ ਵੈਰੀ ਮਚ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ। ਤੇ ਵਰਿਆਮ ਮਸਤ ਜੀ ਬਾਰੇ ਮੈਂ ਦੱਸਦੇ ਹਾਂ ਕਿ ਇਹਨਾਂ ਦੀਆਂ 3 ਫਿਲਮਾਂ ਨੂੰ ਨੈਸ਼ਨਲ ਅਵਾਰਡ ਮਿਲ ਚੁੱਕਿਆ ਹੈ। ਚੰਨ ਪਰਦੇਸੀ, ਸ਼੍ਰੀ ਹੇਮਕੁੰਟ ਸਾਹਿਬ ਤੇ ਚਿੱਤਰਕਾਰ ਦੀ ਪ੍ਰੋਫਾਈਲ ਤੇ ਨੈਸ਼ਨਲ ਅਵਾਰਡ ਲੈ ਚੁੱਕੀਆਂ ਨੇ ਤੇ ਆਪਣੇ ਆਪ ਵਿੱਚ ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਕੁਝ ਦਿੱਤਾ ਹੈ। ਤੇ ਸ਼ੁਰੂਆਤ ਕਰਦੇ ਹਾਂ ਗੱਲਬਾਤ ਦੀ ਤੇ ਮੈਂ ਪੁੱਛਣਾ ਚਾਹਾਂਗੀ ਤੁਹਾਡਾ ਸਰ ਸ਼ੁਰੂਆਤੀ ਦੌਰ ਦਾ ਜਿਹੜਾ ਸਫ਼ਰ ਹੈ ਉਹ ਕਿਸ ਤਰ੍ਹਾਂ ਦਾ ਰਿਹਾ, ਕਿੱਦਾਂ ਸ਼ੁਰੂਆਤ ਹੋਈ ਤੁਹਾਡੇ ਸਫ਼ਰ ਦੀ? ਡਾਕਟਰ ਸੰਦੀਪ ਜੀ, ਮੈਂ ਦਰਅਸਲ ਉਸ ਖਿੱਤੇ ਨੂੰ ਬਿਲੋਂਗ ਕਰਦਾ ਜਾਂ ਉਸ ਸ਼ਹਿਰ ਨੂੰ ਬਿਲੋਂਗ ਕਰਦਾ ਜੀ ਜਿੱਥੇ ਅਸੀਂ ਊੜੇ ਨੂੰ ਉੱਠ ਨਹੀਂ ਬੋਤਾ ਕਹਿੰਦੇ ਹਾਂ। ਬਿਲਕੁਲ। ਸੋ ਮੇਰਾ ਕਹਿਣ ਤੋਂ ਮਤਲਬ ਮੈਂ ਬਰਨਾਲੇ ਨੂੰ ਬਿਲੋਂਗ ਕਰਦਾ ਗਾ ਤੇ ਬਰਨਾਲੇ ਮੈਂ ਸ਼ੁਰੂ ਦੇ ਵਿੱਚ ਕਾਲਜ ਦੇ ਵਿੱਚ ਕਵਿਤਾਵਾਂ ਪੜ੍ਹਦਾ ਸੀ, ਲਿਖਦਾ ਸੀ, ਗਾਉਂਦਾ ਸੀਗਾ। ਲੇਕਿਨ ਅਸਲੀ ਜਿਹੜੀ ਰੰਗਮੰਚ ਨਾਲ ਮੇਰੀ ਜਿਹੜੀ ਰਾਬਤਾ ਜੁੜਿਆ ਹੈ, ਮੇਰੀ ਨੇੜਤਾ ਜੁੜੀ ਹੈ, ਉਹ ਮੇਰੇ ਉਸਤਾਦ ਬਲਵੰਤ ਗਾਰਗੀ ਸਾਹਿਬ ਜਿਨ੍ਹਾਂ ਦਾ ਮੈਂ ਸ਼ਾਗਿਰਦ ਹਾਂ ਜੀ ਜੀ। ਔਰ 1973 ਦੇ ਵਿੱਚ ਮੈਂ ਵੀ ਇੱਕ ਟੁੱਟੀ ਹੋਈ ਜੁੱਤੀ ਪਾ ਕੇ, ਪਾਟਾ ਹੋਇਆ ਪਜਾਮਾ ਪਾ ਕੇ ਬਰਨਾਲੇ ਤੋਂ ਬੱਸ 'ਤੇ ਚੜ੍ਹ ਕੇ ਇੰਟਰਵਿਊ ਦੇਣ ਚਲਾ ਗਿਆ ਸੀਗਾ। ਓਕੇ। ਤੇ ਉੱਥੇ ਦੇਖਿਆ ਤਾਂ 200-250 ਕੁੜੀਆਂ ਮੁੰਡੇ ਸਾਰੇ ਲੱਗੇ ਜਿਹੜੇ ਕਨਵੈਂਟ ਦੇ ਪੜ੍ਹੇ ਹੋਏ ਸੀਗੇ, ਅੰਗਰੇਜ਼ੀ ਸਕੂਲਾਂ ਦੇ, ਉਹ ਠਾ ਪਾਪਾ ਬੋਲਦੇ ਸੀਗੇ ਤੇ ਮੈਨੂੰ ਆਪਣੇ ਨਾਂ ਦੇ ਸਪੈਲਿੰਗ ਨਹੀਂ ਸੀ ਆਉਂਦੇ। ਬਿਲਕੁਲ। ਤੇ ਉੱਥੇ ਫਿਰ ਮੈਂ ਜਿਹੜਾ ਸੀਗਾ ਇੰਟਰਵਿਊ ਦਿੱਤੀ ਤੇ ਮੈਂ ਸਿਲੈਕਟ ਹੋ ਗਿਆ। ਕਿਉਂਕਿ ਇਹ ਵੀ ਕਹਿੰਦੇ ਨੇ ਕਿ ਸਾਹਿਤ ਜਿਹੜਾ ਹੈਗਾ ਉਹ ਸਾਡੀ ਰੂਹ ਦੀ ਖੁਰਾਕ ਹੁੰਦਾ ਹੈ ਤੇ ਜ਼ਰੂਰੀ ਨਹੀਂ ਕਿ ਕੋਈ ਕਨਵੈਂਟ ਸਕੂਲ ਦਾ ਪੜ੍ਹਿਆ ਵਿਅਕਤੀ ਵੀ ਉਹ ਰਚਨਾ ਕਰ ਸਕੇ ਜੋ ਬੰਦਾ ਰੂਹ ਤੋਂ ਲਿਖਦਾ ਉਸ ਦਾ ਮੁਕਾਬਲਾ ਕਰ ਸਕੇ। ਜੀ ਜੀ। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਬਲਵੰਤ ਗਾਰਗੀ ਜੀ ਦੇ ਸਟੂਡੈਂਟ ਰਹੇ ਹੋ, ਸ਼ਾਗਿਰਦ ਰਹੇ ਹੋ ਤੇ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਪੰਜਾਬੀ ਯੂਨੀਵਰਸਿਟੀ ਤੋਂ ਤੁਸੀਂ 73 ਦੇ ਵਿੱਚ ਆਪਣਾ ਐਕਟਿੰਗ ਦਾ ਕਰੀਅਰ ਸ਼ੁਰੂਆਤ ਕੀਤਾ। ਤੇ ਕਿਸ ਤਰ੍ਹਾਂ ਦਾ ਦੌਰ ਸੀ ਉਹ ਤੇ ਹੋਰ ਕੌਣ ਤੁਹਾਡੇ ਨਾਲ ਉਦੋਂ ਸਨ? ਸੰਦੀਪ ਜੀ, ਉਹ ਜਿਹੜਾ ਦੌਰ ਸੀਗਾ ਉਸ ਵੇਲੇ ਮਨੋਰੰਜਨ ਦਾ ਜਿਹੜਾ ਸਾਧਨ ਸੀ ਉਹ ਸਿਨੇਮਾ ਹੀ ਸੀ। ਜੀ ਜੀ। ਉਸ ਦੌਰ ਤੱਕ ਸਿਨੇਮਾ ਸੀ, ਟੈਲੀਵਿਜ਼ਨ ਤਾਂ ਜੀ ਆਇਆ ਹੀ ਨਹੀਂ ਸੀਗਾ। ਟੈਲੀਵਿਜ਼ਨ ਤੇ ਬਹੁਤ ਬਾਅਦ ਚ ਆਇਆ ਜੀ। ਸੋ ਅਸੀਂ ਜਿਹੜੇ ਲੋਕ ਸੀਗੇ ਥੀਏਟਰ, ਜਿਹੜੇ ਰੰਗਮੰਚ ਸਿੱਖਣਾ ਚਾਹੁੰਦੇ ਸੀਗੇ, ਕਿਉਂਕਿ ਬਲਵੰਤ ਗਾਰਗੀ ਸਾਹਿਬ ਉਦੋਂ ਨਵੇਂ ਸਿਆਟਲ ਅਮਰੀਕਾ ਤੋਂ ਉੱਥੇ ਗਏ ਸੀ, ਉਹਨਾਂ ਨੇ ਡਿਪਾਰਟਮੈਂਟ ਖੋਲ੍ਹਿਆ ਪੰਜਾਬ ਯੂਨੀਵਰਸਿਟੀ। ਤੇ ਮੇਰੇ ਨਾਲ ਕਿਰਨ ਖੇਰ ਜਿਹੜੇ ਮਤਲਬ ਕਿ ਹੈਗੇ ਨੇਗੇ, ਉਹ ਮੇਰੇ ਨਾਲ ਸ਼ੀ ਇਜ਼ ਮਾਈ ਬੈਚਮੇਟ। ਓਕੇ। ਤੇ ਉਸ ਤੋਂ ਬਾਅਦ ਅਨੁਪਮ ਖੇਰ ਜਿਹੜੇ ਹੈਗੇ ਨੇਗੇ ਉਹ 1 ਸਾਲ ਮੇਰੇ ਤੋਂ ਬਾਅਦ ਆਏ ਇੰਡੀਅਨ ਥੀਏਟਰ ਦੇ ਵਿੱਚ। ਤੇ ਉਹ ਦੌਰ ਕਮਾਲ ਦਾ ਸੀ। ਮੈਨੂੰ ਯਾਦ ਆ ਜਦੋਂ ਅਸੀਂ ਓਪਨ ਏਅਰ ਥੀਏਟਰ 'ਚ ਨਾਟਕ ਕਰਦੇ ਸੀ, ਕਣਕ ਦੀ ਬੱਲੀ ਜਾਂ ਹੋਰ ਨਾਟਕ, ਤੇ 5-5 ਹਜ਼ਾਰ 6-6 ਹਜ਼ਾਰ ਲੋਕ ਜਿਹੜੇ ਨੇ ਆ ਕੇ ਆਡੀਅנס ਦੇਖਣ ਦੇ ਚੀਕਾਂ ਮਾਰਦੇ ਸੀ, ਕੂਕਾਂ ਮਾਰਦੇ ਸੀਗੇ। ਔਰ ਇਟ ਵਾਜ਼ ਸਾਡੇ ਵਾਸਤੇ ਇੱਕ ਵੱਖਰੀ ਦੁਨੀਆ ਸੀ, ਮੇਰੇ ਵਰਗੇ ਖਾਸ ਤੌਰ ਤੇ ਪਿੰਡੂ ਮੁੰਡੇ ਵਾਸਤੇ ਜਿਹਨੇ ਕਦੇ ਚੰਡੀਗੜ੍ਹ ਨਹੀਂ ਸੀ ਦੇਖਿਆ। ਔਰ ਗਾਰਗੀ ਸਾਹਿਬ ਦੇ ਚਰਨਾਂ 'ਚ ਬੈਠ ਕੇ ਅਸੀਂ ਤਾਲੀਮ ਲਈ ਜਿਹੜੀ ਸੀ। ਦੇਖੋ, ਨਾਟਕ ਖੇਡਣਾ ਵੀ ਕਲਾ ਹੈ ਹਨਾ, ਤੇ ਇਹ ਕਲਾ ਤੁਸੀਂ ਖੇਡੀ, ਮਾਣੀ, ਲਿਖੇ ਵੀ ਬਹੁਤ ਸਾਰੇ ਨਾਟਕ। ਤੇ ਤੁਹਾਨੂੰ ਕੀ ਲੱਗਦਾ ਕਿ ਅੱਜ ਦੀ ਪੀੜ੍ਹੀ, ਮੈਨੂੰ ਲੱਗਦਾ ਕਿ ਇਸ ਕਲਾ ਤੋਂ ਜਾਂ ਇਸ ਨੂੰ ਖੇਡਣ ਤੋਂ ਥੋੜ੍ਹੀ ਵਾਂਝੀ ਰਹਿ ਜਾਂਦੀ ਹੈ ਕਿ ਉਹਨਾਂ ਆਨੰਦ ਨਹੀਂ ਮਾਣ ਸਕਦੀ ਜਿੰਨਾ ਤੁਹਾਡੇ ਟਾਈਮ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ 500-700 ਕਾਫੀ ਤਾਦਾਦ ਦੇ ਵਿੱਚ ਆਡੀਅנס ਹੁੰਦੀ ਸੀ। ਤੇ ਜੇਕਰ ਅੱਜ ਦੇ ਟਾਈਮ ਨੂੰ ਤੇ ਤੁਸੀਂ ਆਪਣੇ ਟਾਈਮ ਨੂੰ ਕੰਪੇਅਰ ਕਰਦੇ ਹੋ ਤਾਂ ਕੀ ਲੱਗਦਾ ਤੁਹਾਨੂੰ ਕਿ ਕੀ ਫਰਕ ਆਇਆ ਸਾਡੇ ਇਸ ਸਿਰਜਣਾ ਦੇ ਵਿੱਚ, ਇਸ ਨਾਟਕਾਂ ਦੇ ਵਿੱਚ, ਜਾਂ ਫਿਰ ਇੰਡਸਟਰੀ ਦੇ ਵਿੱਚ ਕੀ ਚੇਂਜ ਤੁਸੀਂ ਦੇਖਦੇ ਹੋ? ਸੰਦੀਪ ਜੀ, ਬਹੁਤ ਜ਼ਮੀਨ ਅਸਮਾਨ ਦਾ ਫਰਕ ਆ ਗਿਆ ਹੈਗਾ। ਦਰਅਸਲ ਜਿਸ ਦੌਰ ਵਿੱਚ ਅਸੀਂ ਆਏ ਸੀਗੇ ਉਦੋਂ ਨਾਟਕ ਜਿਹੜਾ ਸੀਗਾ ਉਹਨੂੰ ਅਸੀਂ ਸੁਨਹਿਰੀ ਯੁੱਗ ਕਹਿੰਦੇ ਆਂਗੇ, ਗੋਲਡਨ ਏਜ ਕਹਿੰਦੇ ਹਾਂ ਪੂਰੇ ਹਿੰਦੁਸਤਾਨ ਦੀ। ਪੂਰੇ ਹਿੰਦੁਸਤਾਨ ਦੇ ਵਿੱਚ ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ, ਇਬਰਾਹਿਮ ਅਲ ਕਾਜ਼ੀ ਸਾਹਿਬ ਜਿਹੜੇ ਸੀਗੇ,
ਜਿੱਥੋਂ ਬੜੇ ਵੱਡੇ ਜਿਹੜੇ ਨੇਗੇ ਅਮਰੀਸ਼ ਆਪਣੇ ਜਿਹੜੇ ਸੌਰੀ ਆਪਣੇ ਓਮਪੁਰੀ ਸਾਹਿਬ ਜੀ ਰਾਜ ਬੱਬਰ ਸਾਹਿਬ ਹੋਰ ਵੱਡੇ ਵੱਡੇ ਐਕਟਰ ਪੈਦਾ ਹੋਏ ਨੇ ਜਿਹੜੇ ਕੰਮ ਕਰ ਰਹੇ ਸੀਗੇ। ਇੰਡੀਅਨ ਥੀਏਟਰ 'ਚ ਬਲਵੰਤ ਗਾਰਗੀ ਸਾਹਿਬ ਕਰ ਰਹੇ ਸੀਗੇ। ਜੀ ਲੇਕਿਨ ਟੈਲੀਵਿਜ਼ਨ ਦੇ ਆਉਣ ਦੇ ਨਾਲ, ਕਿਉਂਕਿ ਟੈਲੀਵਿਜ਼ਨ ਜਦੋਂ ਆਇਆ ਹੈਗਾ ਉਹਦੇ ਆਉਣ ਦੇ ਨਾਲ ਜਿਹੜੀਆਂ ਹੁਣ ਜ਼ਮਾਨਾ ਵੈਬ ਸੀਰੀਜ਼ ਦਾ ਆ ਗਿਆ ਹੈ, ਫਿਲਮਾਂ ਦਾ ਆ ਗਿਆ ਹੈ, ਸ਼ਾਰਟਸ ਦਾ ਆ ਗਿਆ ਹੈਗਾ। ਮਤਲਬ ਕਿ ਇਹ ਹੈਗਾ, ਇਹ ਨਹੀਂ ਮੈਂ ਕਹਿੰਦਾ ਕਿ ਅੱਜ ਕੱਲ੍ਹ ਦੇ ਜਿਹੜੇ ਨਵੇਂ ਬੱਚੇ ਨੇ ਉਹ ਥੀਏਟਰ ਨਹੀਂ ਕਰ ਰਹੇ, ਲੇਕਿਨ ਉਹਨਾਂ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਰੰਗਮੰਚ ਕਰਦੇ ਨੇ, ਨਾਟਕ ਵਿੱਚ ਆਉਂਦੇ ਨੇ, ਤਾਂ ਉਹ ਰੰਗਮੰਚ ਨੂੰ ਤਾਂ ਇੱਕ ਪੌੜੀ ਸਮਝਦੇ ਨੇ। ਉਹ ਸਮਝਦੇ ਨੇ ਕਿ ਇੱਕ ਸਾਡੀ ਪੌੜੀ ਹੈ, ਇੱਥੇ ਅਸੀਂ ਕੰਮ ਕਰਕੇ ਇਸਟੈਬਲਿਸ਼ ਹੋ ਕੇ ਤੇ ਸਿੱਧਾ ਫਿਲਮਾਂ ਵੱਲ ਨੂੰ ਜਾਂਦੇ ਨੇ, ਫਿਲਮ ਇੰਡਸਟਰੀ ਵੱਲ ਮਤਲਬ ਉਹ ਫਿਲਮ ਇੰਡਸਟਰੀ ਵੱਲ ਜਾਣਾ ਚਾਹੁੰਦੇ ਨੇ। ਇਸ ਕਰਕੇ ਰੰਗਮੰਚ ਦੇ ਵਿੱਚ ਬਹੁਤ ਘੱਟ ਜਿਹੜੇ ਲੋਕ ਨੇਗੇ ਉਹ ਜਿਹੜੇ ਨੇ ਉਹ ਕੰਮ ਕਰਦੇ ਨੇ, ਕੰਮ ਕਰ ਰਹੇ ਨੇ, ਐਸੀ ਗੱਲ ਨਹੀਂ ਕਰ ਰਹੇ ਨੇ, ਪਰ ਉਸ ਕਿਸਮ ਦਾ ਜਨੂਨ ਜਿਹੜਾ ਉਸ ਪੁਰਾਣੀ ਪੀੜ੍ਹੀ ਵਿੱਚ ਹੁੰਦਾ ਸੀਗਾ ਉਹ ਨਹੀਂ ਰਹਿੰਦਾ। ਉਹ ਮੈਨੂੰ ਲੱਗਦਾ ਕਿਤੇ, ਕਿਉਂਕਿ ਕਹਿੰਦੇ ਕਿ ਇੱਕ ਨਾਟਕ ਜਿਹੜਾ ਵਿਅਕਤੀ ਖੇਡਦਾ ਹੈ ਤਾਂ ਹਰ ਤਰ੍ਹਾਂ ਦਾ ਜੀਵਨ ਹੰਡਾਉਂਦਾ ਹੈ ਹਨਾ। ਜ਼ਿੰਦਗੀ ਦੇ ਹਰ ਰੰਗ ਸਾਨੂੰ ਨਾਟਕ, ਸਾਨੂੰ ਰੰਗਮੰਚ ਦੇ ਦਿੰਦਾ ਹੈ, ਜਿਹੜੇ ਅਸਲੀਅਤ ਵਿੱਚ ਜੀਣ ਨੂੰ ਕਦੀ ਮਿਲਦੇ ਨੇ ਤੇ ਕਦੀ ਨਹੀਂ ਮਿਲਦੇ ਸਾਨੂੰ। ਤੇ ਜਦੋਂ ਵੀ ਆਪਾਂ ਕਿਸੇ ਚੀਜ਼ ਦੀ ਰਚਨਾ ਕਰਦੇ ਹਾਂ, ਕਿਉਂਕਿ ਤੁਸੀਂ ਬਹੁਤ ਸਾਰੀਆਂ ਕਹਾਣੀਆਂ, ਨਾਟਕ, ਬਹੁਤ ਸਾਰੇ ਸੰਗ੍ਰਹਿ ਲਿਖੇ ਨੇ, ਤੇ ਸਾਡੀ ਕਿਸੇ ਨਾ ਕਿਸੇ ਰਚਨਾ ਦਾ ਕੋਈ ਨਾ ਕੋਈ ਆਧਾਰ ਅਸੀਂ ਆਪਣੇ ਸਮਾਜ ਤੋਂ ਚੁਣਦੇ ਹਾਂ। ਤੇ ਤੁਹਾਡੀਆਂ ਰਚਨਾਵਾਂ ਦਾ ਸਰੋਕਾਰ ਕੀ ਰਿਹਾ? ਤੁਸੀਂ ਕਿਸ ਚੀਜ਼ ਨੂੰ ਆਧਾਰ ਮੰਨ ਕੇ ਲਿਖਣਾ ਸ਼ੁਰੂ ਕੀਤਾ? ਸੰਦੀਪ ਜੀ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕਿ ਤਕਰੀਬਨ ਮੇਰੇ ਜੋ ਨਾਟਕ ਨੇ ਜੀ ਜਾਂ ਮੇਰੀਆਂ ਕਹਾਣੀਆਂ ਨੇ, ਚਾਹੇ ਉਹ ਫਿਲਮਾਂ ਦੀਆਂ ਨੇ, ਚਾਹੇ ਉਹ ਲਿਟਰੇਚਰ ਦੀਆਂ ਕਹਾਣੀਆਂ ਨੇ, ਜਾਂ ਜੀਵਨ ਮੇਰੀਆਂ ਕਵਿਤਾਵਾਂ ਨੇ ਜੋ ਵੀ ਹੈ ਜ਼ਿੰਦਗੀ 'ਚ, ਦਰਅਸਲ ਮੈਂ ਉਹ ਲਿਖਿਆ ਜੋ ਕਿਤੇ ਨਾ ਕਿਤੇ ਮੇਰੇ ਨਾਲ ਜ਼ਿੰਦਗੀ ਵਿੱਚ ਘਟਿਆ, ਵਾਪਰਿਆ, ਹੱਡ ਬੀਤੀ। ਹਾਂ, ਮਤਲਬ ਕਿ ਉਹਨੂੰ ਹੱਡ ਬੀਤੀ ਕਹਿ ਲਓ, ਜੋ ਵੀ ਕਹਿ ਲਓ, ਲੇਕਿਨ ਇਹ ਵੱਖਰੀ ਗੱਲ ਹੈ ਕਿ ਮੈਂ ਉਸ ਨੂੰ ਹੂਬਹੂ ਪੇਸ਼ ਨਹੀਂ ਕੀਤਾ, ਕਿਉਂਕਿ ਜਿਹੜੀ ਰਿਐਲਿਟੀ ਹੈ ਨਾ, ਜਿਹੜਾ ਸੁਰਰਿਜ਼ਮ ਜ਼ਿੰਦਗੀ ਦਾ ਹੈਗਾ, ਜਿਹੜੀ ਅੱਤ ਦੀ ਰਿਐਲਿਟੀ ਹੈ, ਉਹ ਵੀ ਬੜੀ ਭਿਆਨਕ ਹੈ, ਤੁਸੀਂ ਉਸ ਨੂੰ ਨਹੀਂ ਦੇਖ ਸਕਦੇ ਉਸ ਤਰ੍ਹਾਂ। ਸੋ ਮੈਂ ਉਹਦੇ ਵਿੱਚ ਬਿਲਕੁਲ ਉਸੇ ਤਰ੍ਹਾਂ ਕੀਤਾ ਹੈਗਾ ਕਿ ਆਪਣੀ ਜਿਹੜੀ ਇਮੈਜੀਨੇਸ਼ਨ ਹੈ, ਮੇਰੀ ਜਿਹੜੀ ਕਲਪਨਾ ਸ਼ਕਤੀ ਹੈ, ਉਹਨੂੰ ਉਹਦੇ ਵਿੱਚ ਸ਼ਾਮਲ ਕਰਕੇ ਉਸ ਰਚਨਾ ਨੂੰ ਹੋਰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਸੁਨਿਆਰਾ ਜਿਹੜਾ ਹੈਗਾ ਉਹ 24 ਕੈਰਟ ਸੋਨੇ ਦੇ ਵਿੱਚ ਤਾਂਬਾ ਤੇ ਪਿੱਤਲ ਮਿਲਾ ਕੇ ਉਹ ਸੋਨੇ ਦੀ ਖੂਬਸੂਰਤੀ ਨੂੰ ਹੋਰ ਸੋਹਣਾ ਕਰ ਦਿੰਦਾ, ਇਸ ਤਰ੍ਹਾਂ ਦੀ ਮੈਂ ਕੋਸ਼ਿਸ਼ ਕੀਤੀ। ਕਹਿੰਦੇ ਕਿ ਨਿੱਜ ਨੂੰ ਜਿਉਂਦੇ ਹੋਏ ਸਮੁੱਚ ਨੂੰ ਲਿਖਣਾ, ਇਹ ਵੀ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ, ਕਿ ਬਹੁਤ ਜ਼ਿਆਦਾ ਫਰਕ ਹੈ ਕਿ ਵਾਪਰਦੀਆਂ ਘਟਨਾਵਾਂ ਨੂੰ ਉਸ ਤਰੀਕੇ ਨਾਲ ਪੇਸ਼ ਕਰਨਾ ਕਿ ਹਰ ਕੋਈ ਸਮਝ ਸਕੇ ਤੇ ਉਸ ਤੋਂ ਸਿੱਖਿਆ ਲੈ ਸਕੇ। ਤੇ ਇੱਕ ਗੱਲ ਮੈਂ ਤੁਹਾਡੇ ਤੋਂ ਹੋਰ ਪੁੱਛਣਾ ਚਾਹਾਂਗੀ ਸਰ, ਕਿ ਸੁਣਿਆ ਅਸੀਂ ਕਿ ਭਾਸ਼ਾ ਵਿਭਾਗ ਵੱਲੋਂ ਜਿਹੜੇ ਪੰਜਾਬ ਦੇ ਵਿੱਚ ਅਵਾਰਡ ਦਿੱਤੇ ਜਾਂਦੇ ਸੀਗੇ, ਜਿਹੜੇ ਕਿ ਲਿਖਣ ਵਾਲਿਆਂ ਨੂੰ ਸਨਮਾਨਿਤ ਕਰਦੇ ਸੀਗੇ, ਤੇ ਉਸ ਨੂੰ ਲੈ ਕੇ ਕੋਰਟ ਵੱਲੋਂ ਸਟੇ ਲਾ ਦਿੱਤੀ ਗਈ ਹੈ ਕਿ ਹੁਣ ਉਹ ਅਵਾਰਡ ਨਹੀਂ ਦਿੱਤੇ ਜਾਂਦੇ। ਤੁਹਾਡਾ ਕੀ ਮੰਨਣਾ ਹੈ ਕਿ ਕੀ ਕਾਰਨ ਨੇ ਉਸ ਦੇ ਪਿੱਛੇ, ਤੇ ਕੀ ਉਹ ਸਹੀ ਨੇ, ਜਾਇਜ਼ ਨੇ ਉਹਨਾਂ ਅਵਾਰਡਸ ਤੇ ਸਟੇ ਲੱਗਣਾ? ਤੁਹਾਨੂੰ ਨਹੀਂ ਲੱਗਦਾ ਕਿਤੇ ਇਹ ਕਲਾ ਦਾ ਗਲਾ ਘੁੱਟਿਆ ਜਾ ਰਿਹਾ ਹੈ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋਗੇ, ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਜਿਹੜੇ ਲੇਖਕ ਹੁੰਦੇ ਨੇ ਉਹ ਸਮਾਜ ਦਾ ਦਰਪਣ ਹੁੰਦੇ ਨੇ। ਬਿਲਕੁਲ, ਉਹਨਾਂ ਦੀਆਂ ਰਚਨਾਵਾਂ ਸਮਾਜ ਦਾ ਦਰਪਣ ਨੇ, ਉਹੀ ਰਾਹ ਦਿਖਾਉਂਦੇ ਨੇ। ਲੇਕਿਨ ਜਦੋਂ ਉਹੀ ਜਿਹੜੇ ਲੇਖਕ ਨੇਗੇ, ਜਦੋਂ ਉਹਨਾਂ ਕੁਰਸੀਆਂ ਤੇ ਬਹਿ ਜਾਂਦੇ ਨੇ, ਜੂਰੀ ਦੇ ਮੈਂਬਰ ਬਣ ਜਾਂਦੇ ਨੇ, ਜਿਨ੍ਹਾਂ ਨੇ ਕਿ ਲੇਖਕਾਂ ਦੀਆਂ ਵਧੀਆ ਕਿਤਾਬਾਂ ਨੂੰ ਜਿਹੜਾ ਗਾ ਅਵਾਰਡ ਦੇਣੇ ਹੁੰਦੇ ਨੇ, ਜਾਂ ਉਹਨਾਂ ਦੀ ਪੂਰੀ ਘਾਲਣਾ ਜਿਹੜੀ ਹੁੰਦੀ ਹੈ, ਸਾਹਿਤ ਰਤਨ ਦੇਣਾ ਹੁੰਦਾ ਉਹਨਾਂ ਨੂੰ, ਜਾਂ ਸ਼੍ਰੋਮਣੀ ਅਵਾਰਡ ਦੇਣੇ ਹੁੰਦੇ ਨੇ, ਉਹ ਉਹਨਾਂ ਕੁਰਸੀਆਂ ਤੇ ਬਹਿ ਕੇ ਆਪਣੇ ਆਪ ਨੂੰ ਇਨਾਮ ਦੇ ਲੈਣ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਇਨਾਮ ਦੇ ਲੈਣ, ਤਾਂ ਫਿਰ ਇਸ ਕਿਸਮ ਦੀ ਜਿਹੜੀ ਬੇਇਨਸਾਫੀ ਹੈ, ਉਹਦੇ ਖਿਲਾਫ ਜਿਹੜਾ ਗਾ ਆਵਾਜ਼ ਤਾਂ ਸਾਰਿਆਂ ਨੂੰ ਚੁੱਕਣੀ ਚਾਹੀਦੀ ਹੈ। ਪਰ ਇਸ ਤਰ੍ਹਾਂ ਹੀ ਆਵਾਜ਼ ਚੁੱਕੀ ਗਈ ਪੰਜਾਬ ਦੇ ਵਿੱਚ ਵੀ, ਔਰ ਇਹ ਜਿਹੜਾ ਸੀਗਾ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ, ਤੇ ਉਹਦੇ ਉੱਤੇ ਜਿਹੜੀ ਹੈਗੀ ਉਹ ਸਟੇ ਲੱਗੀ ਹੋਈ ਹੈ ਕਿ ਉਹ ਅਵਾਰਡ ਜਿਹੜੇ ਨੇ ਉਹ ਅਜੇ ਨਹੀਂ ਦਿੱਤੇ ਜਾ ਸਕਦੇ। ਮੈਂ ਇਹ ਸਮਝਦਾ ਗਾ ਕਿ ਅਵਾਰਡ ਮਿਲਣੇ ਚਾਹੀਦੇ ਨੇ, ਮੈਂ ਉਹਨਾਂ ਦੀ ਮੁਖਾਲਫਤ ਨਹੀਂ ਕਰਦਾ, ਲੇਖਕਾਂ ਦਾ ਹੌਸਲਾ ਅਫਜ਼ਾਈ ਹੋਣੀ ਚਾਹੀਦੀ ਹੈ, ਪਰ ਇਨਾਮ ਉਹਨਾਂ ਨੂੰ ਵੀ ਦੇਣੇ ਚਾਹੀਦੇ, ਕਿਉਂਕਿ ਇਟਸ ਅ ਪਬਲਿਕ ਮਨੀ। ਇਹ ਜਿਹੜਾ ਪੈਸਾ ਹੈਗਾ ਇਹ ਲੋਕਾਂ ਦਾ ਪੈਸਾ ਹੈ, ਇਹ ਪਬਲਿਕ ਮਨੀ ਹੈਗੀ ਹੈ। ਪੰਜਾਬ ਸਰਕਾਰ, ਭਾਸ਼ਾ ਵਿਭਾਗ, ਉਹਨਾਂ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਨੇ ਵਾਕਈ ਮਾਂ ਬੋਲੀ ਦੀ ਜਿਹੜੀ ਹੈ ਆਪਣੇ, ਚਾਹੇ ਉਹ ਨਾਵਲ ਨੇ, ਕਹਾਣੀਆਂ ਨੇ, ਜਾਂ ਲਿਟਰੇਚਰ ਦਾ ਕੋਈ ਵੀ ਜੌਨਰ ਹੈ, ਉਹਦੇ ਵਿੱਚ ਉਹਨਾਂ ਨੇ ਕੰਟਰੀਬਿਊਟ ਕੀਤਾ ਹੈ, ਤਾਂ ਉਹਨਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ। ਬਲਕਿ ਇਹ ਨਹੀਂ ਹੈਗਾ
ਕਿ ਜਿਹੜਾ ਤੁਸੀਂ ਜਾਣ ਪਛਾਣ ਦੇ ਬੰਦਿਆਂ ਨੂੰ ਜਿਹੜਾ ਹੈਗਾ, ਆਪਣੇ ਹੀ ਲੋਕਾਂ ਦੇ ਬੰਦਿਆਂ ਨੂੰ, ਰਿਸ਼ਤੇਦਾਰਾਂ ਨੂੰ ਹੀ ਉਸ ਕੁਰਸੀ ਤੇ ਬਹਿ ਕੇ ਜਿਹੜਾ ਹੈਗਾ ਤੁਸੀਂ ਉਸ ਦਾ ਅਪਮਾਨ ਕਰੋ ਤੇ ਅਵਾਰਡ ਉਹਨਾਂ ਨੂੰ ਦੇ ਦਿਓ। ਹਾਂ, ਕਿਉਂਕਿ ਕਹਾਵਤ ਯਾਦ ਆਉਂਦੀ ਪੰਜਾਬੀ ਕਿ ਅੰਨਾ ਵੰਡੇ ਰਿਓੜੀਆਂ ਮੋੜ ਜੀ, ਆਪਣਿਆਂ ਬਿਲਕੁਲ, ਬਿਲਕੁਲ, ਨੂੰ, ਤੇ ਬਿਲਕੁਲ। ਉਸ ਚੀਜ਼ ਹੋ ਜਾਂਦੀ ਹੈ। ਤੇ ਕਿਤੇ ਨਾ ਕਿਤੇ ਇਹ ਕਲਾ ਦਾ ਜਾਂ ਫਿਰ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੀ ਕੁਝ ਕਰ ਸਕਦੀ ਹੈ, ਸਮਾਜ ਦਾ ਦਰਪਣ ਦਿਖਾ ਸਕਦੀ ਹੈ, ਉਹ ਪਿੱਛੇ ਹਟ ਜਾਂਦੀ ਹੈ, ਪਿਛਾਂਹ ਨੂੰ ਪੈ ਕੇ ਉਹ ਬਿਲਕੁਲ ਹਟ ਜਾਂਦੀ ਹੈ, ਕਿਉਂਕਿ ਜਦੋਂ ਹੁਣ ਪਿਛਲੇ ਸਾਲਾਂ ਤੋਂ 4-5 ਸਾਲਾਂ ਤੋਂ ਜੀ। ਇਹ ਸੋਸ਼ਲ ਮੀਡੀਆ ਦੇ ਵਿੱਚ ਪੂਰਾ ਹਰ ਜਗ੍ਹਾ ਤੇ ਫੈਲਿਆ ਹੋਇਆ, ਲੇਖਕ ਲਿਖ ਰਹੇ ਨੇਗੇ ਕਿ ਇਸ ਕਿਸਮ ਦੀ ਜਿਹੜੀ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਤਾਂ ਮੈਂ ਸੋਚਦਾ ਕਿਉਂਕਿ ਸੋਸ਼ਲ ਮੀਡੀਆ ਦੇ ਤਾਂ ਅੱਜ ਕੱਲ੍ਹ ਯੰਗ ਜਨਰੇਸ਼ਨ ਹੀ ਹੈਗੀ ਹੈ, ਬਿਲਕੁਲ। ਜਦੋਂ ਪੜ੍ਹਦੇ ਨੇ ਇਸ ਤਰ੍ਹਾਂ ਦੇ ਕਮੈਂਟਸ ਤਾਂ ਉਹਨਾਂ ਦਾ ਮਨ ਵੀ ਟੁੱਟ ਜਾਂਦਾ ਹੈਗਾ ਕਿ ਜੇ ਸਾਡੇ ਤੋਂ ਅੱਗੇ ਸੀਨੀਅਰ ਲੋਕਾਂ ਦੇ ਨਾਲ ਇਸ ਤਰ੍ਹਾਂ ਬੇਇਨਸਾਫੀਆਂ ਹੋ ਰਹੀਆਂ ਨੇ ਤੇ ਜੇ ਅਸੀਂ ਇਸ ਦੇ ਵਿੱਚ ਆਵਾਂਗੇ ਸਾਡੇ ਨਾਲ ਕੀ ਹੋਏਗਾ। ਉਹ ਪਿੱਛੇ ਹਟ ਜਾਂਦੇ ਨੇ, ਪਿੱਛੇ ਹਟ ਜਾਂਦੇ ਨੇ ਤੇ ਆਪਣੀ ਕਲਾ ਦਾ ਗਲਾ ਘੁੱਟ ਲੈਂਦੇ ਨੇ। ਸੋ ਇਹ ਕਰਕੇ ਕਿਤੇ ਨਾ ਕਿਤੇ ਜਿਹੜੇ ਲੋਕ ਇਸ ਵਿੱਚ ਭਾਗੀਦਾਰ ਨੇਗੇ ਜੀ, ਉਹ ਇਹੀ ਨਹੀਂ ਕਰ ਰਹੇ ਕਿ ਉਹ ਉਹਨਾਂ ਲੇਖਕਾਂ ਦੇ ਨਾਲ ਬੇਇਨਸਾਫੀ ਕਰ ਰਹੇ ਨੇ, ਉਹ ਕਿਤੇ ਆਉਣ ਵਾਲੀ ਪੀੜ੍ਹੀ ਨੂੰ, ਸਾਡੀ ਨਵੀਂ ਜਨਰੇਸ਼ਨ ਨੂੰ ਮਾਂ ਬੋਲੀ ਤੋਂ ਦੂਰ ਵੀ ਕਰ ਰਹੇ ਨੇ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਮਾਂ ਬੋਲੀ ਨਾਲ ਅਗਰ ਅਸੀਂ ਜੁੜਨਾ ਤਾਂ ਉਹਨੂੰ ਪ੍ਰਫੁੱਲਤ ਕਰਨ ਲਈ ਸਾਨੂੰ ਨਵੇਂ ਲੇਖਕਾਂ ਨੂੰ, ਨਵੇਂ ਰਚਨਾਵਾਂ ਨੂੰ ਤਵੱਜੋ ਦੇਣੀ ਪਏਗੀ, ਜਿਹੜੀਆਂ ਕਿ ਸਮਾਜ ਦੇ ਵਿੱਚ ਕੁਝ ਨਾ ਕੁਝ ਯੋਗਦਾਨ ਦੇ ਰਹੀਆਂ ਨੇ ਜਾਂ ਹੈ। ਤੇ ਇਸੇ ਤੋਂ ਮੈਨੂੰ ਯਾਦ ਆਇਆ ਕਿ ਤੁਸੀਂ ਵੀ ਬਰਨਾਲਾ ਦੇ ਇੱਕ ਪਿੰਡ ਦੇ ਵਿੱਚ ਇੱਕ ਥੀਏਟਰ ਜਿਹੜਾ ਹੈਗਾ ਖੋਲ੍ਹਿਆ ਸੀ, ਵਜੀਦ ਕੇ ਕਲਾਂ ਦੇ ਵਿੱਚ, ਕਿ ਬਰਨਾਲਾ ਇੰਟਰਨੈਸ਼ਨਲ ਥੀਏਟਰ, ਜਿਸ ਦਾ ਕਿ 2022 ਦੇ ਵਿੱਚ ਉਦਘਾਟਨ ਕੀਤਾ ਗਿਆ, ਕਿ ਤੁਸੀਂ ਬੱਚਿਆਂ ਨੂੰ ਜਾਂ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਕੇ ਇਸ ਪਾਸੇ ਲੈ ਕੇ ਆ ਸਕੋ। ਤੇ ਉਸ ਬਾਰੇ ਥੋੜਾ ਜਿਹਾ ਦੱਸੋ ਕਿ ਕੀ ਸੋਚ ਕੇ ਤੁਸੀਂ ਇਹ ਜਿਹੜਾ ਹੈਗਾ ਕਦਮ ਚੁੱਕਿਆ। ਡਾਕਟਰ ਸੰਦੀਪ ਜੀ, ਗੱਲ ਇਹ ਹੈਗੀ ਐਕਚੁਅਲੀ ਇਹ ਮੇਰੇ ਤੋਂ ਪਹਿਲਾਂ ਜਿਹੜਾ ਸੁਪਨਾ ਸੀਗਾ, ਇਹ ਮੇਰੇ ਬਰਨਾਲੇ ਦੇ ਮੇਰੇ ਨਾਲ ਪੜ੍ਹੇ ਨੇਗੇ ਜੀ, ਗੋਪਾਲ ਜਿੰਦਲ ਜੀ, ਜਿਨ੍ਹਾਂ ਦੀ ਇਹ ਜ਼ਮੀਨ ਹੈਗੀ ਓਕੇ। ਉਹਨਾਂ ਦੇ ਮਨ ਦੇ ਵਿੱਚ ਇਹ ਸੀਗਾ ਕਿ ਉਹ ਆਪਣੇ ਪਿੰਡ, ਉਹਨਾਂ ਦਾ ਪਿੰਡ ਵਜੀਦ ਕੇ ਹੈਗਾ, ਕਿ ਮੈਂ ਆਪਣੇ ਪਿੰਡ ਦੇ ਵਿੱਚ ਕੁਝ ਕਰਨਾ ਚਾਹਨਾਗਾ, ਬੱਚਿਆਂ ਵਾਸਤੇ ਕਰਨਾ ਚਾਹਨਾ, ਬੱਚੀਆਂ ਵਾਸਤੇ ਕਰਨਾ ਚਾਹਨਾ। ਫਿਰ ਉਹ ਦਿੱਲੀ ਅਸੀਂ ਇਕੱਠੇ ਰਹਿੰਦੇ ਆਗੇ, ਕਰਦਿਆਂ ਸਾਡੀ ਇਹ ਸੋਚ ਡਿਵੈਲਪ ਹੋ ਗਈ ਕਿ ਕਿਉਂ ਨਾ ਅਸੀਂ ਜਿਹੜੀ ਸਾਡੀ ਪਿੰਡ ਦੀਆਂ ਬੱਚੀਆਂ ਨੇ, ਪਿੰਡ ਦੇ ਜਿਹੜੇ ਨੌਜਵਾਨ ਟੈਲੈਂਟ ਜਿਹੜਾ ਹੈਗਾ, ਉਹਨਾਂ ਵਾਸਤੇ ਕੋਈ ਨਾ ਕੋਈ ਅਸੀਂ ਪਲੇਟਫਾਰਮ ਖੜਾ ਕਰੀਏ ਜਿੱਥੇ ਉਹਨਾਂ ਦਾ ਟੈਲੈਂਟ ਜਿਹੜਾ ਹੈਗਾ ਉੱਭਰ ਕੇ ਆ ਸਕੇ। ਸ਼ਹਿਰਾਂ ਵਿੱਚ ਤੇ ਸਭ ਕੁਝ ਹੈਗਾ, ਸ਼ਹਿਰਾਂ ਵਿੱਚ ਸਾਰੀਆਂ ਸੁਵਿਧਾਵਾਂ ਨੇ, ਪਰ ਪਿੰਡ ਦੀਆਂ ਬੱਚੀਆਂ ਵਾਸਤੇ, ਪਿੰਡ ਦੇ ਬੱਚਿਆਂ ਵਾਸਤੇ, ਪਿੰਡ ਦੀਆਂ ਕੁੜੀਆਂ ਮੁੰਡਿਆਂ ਵਾਸਤੇ ਉਹਨਾਂ ਦਾ ਟੈਲੈਂਟ ਅੱਗੇ ਨਹੀਂ ਆ ਸਕਦਾ। ਸਾਡੀ ਇਹ ਕੋਸ਼ਿਸ਼ ਇਹ ਹੈ ਕਿ ਉੱਥੇ ਇੱਕ ਮੰਚ ਅਸੀਂ ਤਿਆਰ ਕਰਕੇ ਦਿੱਤਾ ਹੈ। ਉੱਥੇ ਅਸੀਂ 24-25 ਕਮਰੇ ਬਣਾਏ ਨੇਗੇ, ਓਪਨ ਏਅਰ ਥੀਏਟਰ ਬਣਾਇਆ ਹੈਗਾ, 30x40 ਦੀ ਵੱਡੀ ਸਟੇਜ ਬਣੀ ਹੈ, ਤੇ ਹੋਰ ਸਾਰੀਆਂ ਸਹੂਲਤਾਂ ਨੇ, ਉੱਥੇ ਰਹਿਣ ਦੀਆਂ ਸਹੂਲਤਾਂ ਨੇ, ਖਾਣ ਪੀਣ ਦੀਆਂ ਸਹੂਲਤਾਂ ਨੇ। ਕੋਈ ਵੀ ਉੱਥੇ ਆ ਕੇ ਨਾਟਕ ਕਰ ਸਕਦਾ ਹੈ, ਕੋਈ ਵੀ ਚਾਹੇ ਆਪਣੀ ਪੰਜਾਬੀ ਦੀ ਫਿਲਮ ਦੀ ਸ਼ੂਟਿੰਗ ਕਰ ਸਕਦਾ ਹੈ, ਉੱਥੇ ਰਹਿਣ ਦਾ ਇੰਤਜ਼ਾਮ ਵੀ ਹੈ ਸਾਰਾ। ਸੋ ਸਾਡਾ ਮਕਸਦ ਇਹ ਹੈਗਾ ਕਿ ਅਸੀਂ ਚਾਹੁੰਦੇ ਹਾਂ ਕਿ ਮਾਲਵੇ ਦਾ ਉਹ ਇਲਾਕਾ ਜਿਹੜਾ ਕਿ ਹਮੇਸ਼ਾ ਹੀ ਕਲਾ ਦੇ ਪੱਖੋਂ ਬਹੁਤ ਖੁਸ਼ਕ ਰਿਹਾ ਹੈਗਾ, ਬਹੁਤ ਡਰਾਈ ਰਿਹਾ ਹੈਗਾ, ਅਸੀਂ ਚਾਹੁੰਦੇ ਕਿ ਉਹਦੇ ਵਿੱਚ ਜਿਹੜਾ ਹੈਗਾ ਇੱਕ ਕਲਾ ਦਾ ਜਿਹੜਾ ਦਰਿਆ ਜਿਹੜਾ ਹੈਗਾ ਉਹ ਠਾਠਾ ਮਾਰ ਕੇ ਵਗੇ, ਤੇ ਜਿਹਦੇ ਵਿੱਚੋਂ ਸਾਡਾ ਜਿਹੜਾ ਮਾਲਵਾ ਜਿਹੜਾ ਹੈਗਾ ਉਹ ਇੱਕ ਵੱਖਰੀ ਸ਼ੇਪ ਲਿਆ ਸਕੇ ਕਲਾ ਤੇ ਆਰਟ ਦੇ। ਵਾਹ ਸਰ, ਤੁਹਾਡੀ ਸੋਚ ਇਸ ਤਰ੍ਹਾਂ ਨਾਲ ਉੱਭਰੀ ਹੈ ਕਿ ਬੰਜਰ ਜ਼ਮੀਨ ਤੇ ਅਸੀਂ ਖੇਤੀ ਕਰਨੀ ਹੈ, ਉਗਾਉਣਾ ਹੈ, ਕਿਉਂਕਿ ਪੰਜਾਬ ਦੇ ਵਿੱਚ ਰਿਹਾ ਹੈ। ਤੇ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਇਸ ਤਰ੍ਹਾਂ ਦੇ ਏਰੀਆਜ਼ ਦੇ ਵਿੱਚ ਜਾਂਦੇ ਹਾਂ ਜਿੱਥੇ ਕਿ ਰੋਕਿਆ ਜਾਂਦਾ ਹੈ, ਕੁੜੀਆਂ ਨੂੰ ਖਾਸ ਕਰਕੇ ਤੁਸੀਂ ਗੱਲ ਕੀਤੀ ਹੈ, ਰੋਕਿਆ ਜਾਂਦਾ, ਫਿਰ ਤੁਹਾਨੂੰ ਨਹੀਂ ਲੱਗਦਾ ਕਿ ਕੁਝ ਮੁਸ਼ਕਿਲਾਂ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਕਿ ਉਹਨਾਂ ਬੱਚਿਆਂ ਨੂੰ ਘਰਾਂ ਤੋਂ ਬਾਹਰ ਲੈ ਕੇ ਆਉਣਾ ਤੇ ਫਿਰ ਮੰਚ ਦੇਣਾ? ਕਿਉਂਕਿ ਕਈ ਸਾਡੇ ਬਜ਼ੁਰਗ ਜਾਂ ਕਈ ਸਾਡੇ ਵੱਡੇ ਅਲਾਓ ਹੀ ਨਹੀਂ ਕਰਦੇ ਕਿ ਸਾਡੀਆਂ ਕੁੜੀਆਂ ਘਰਾਂ ਤੋਂ ਬਾਹਰ ਜਾਣ, ਤੇ ਜਦੋਂ ਕੁੜੀ ਮੰਚ ਤੇ ਆਉਂਦੀ ਹੈ ਤੇ ਹੋਰ ਪਾਬੰਦੀਆਂ ਲੱਗ ਜਾਂਦੀਆਂ ਨੇ, ਫਿਰ ਉਸ ਚੀਜ਼ ਨੂੰ ਤੁਸੀਂ ਕਿਵੇਂ ਟੈਕਲ ਕਰਦੇ ਹੋ ਜਾਂ ਫੇਸ ਕਰਦੇ ਹੋ? ਦਰਅਸਲ ਇਹ ਹੈਗਾ ਕਿ ਸਮਾਜ ਜਿਹੜਾ ਸਾਡਾ ਨਾ ਜੀ, ਉਹਦੇ ਵਿੱਚ ਚੰਗੇ ਬੰਦੇ ਵੀ ਹੈਗੇ ਨੇ ਤੇ ਬੁਰੇ ਬੰਦੇ ਵੀ ਨੇ ਜੀ, ਸਮਾਜ ਭਰਿਆ ਪਿਆ ਹੈਗਾ। ਲੇਕਿਨ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈਗੀ ਕਿ ਜਦੋਂ ਹੁਣ ਮੈਂ ਅੱਜ ਦੀਆਂ ਜਿਹੜੀਆਂ ਪਿੰਡਾਂ ਦੀਆਂ ਬੱਚੀਆਂ ਨੂੰ ਦੇਖਦਾਗਾ ਕਿ ਉਹ ਫਿਲਮਾਂ ਦੇ ਵਿੱਚ ਕੰਮ ਕਰ ਰਹੀਆਂ ਨੇਗੀਆਂ, ਨਾਟਕਾਂ ਵਿੱਚ ਕੰਮ ਕਰ ਰਹੀਆਂ ਨੇ। ਭਲੇ ਸਾਡੇ ਅਜੇ ਪੰਜਾਬੀ ਲੋਕਾਂ ਦੇ ਵਿੱਚ ਅਸੀਂ ਆਪਣੀਆਂ ਬੱਚੀਆਂ ਨੂੰ ਇਸ ਪ੍ਰੋਫੈਸ਼ਨ ਵਿੱਚ ਆਉਣ ਵਾਸਤੇ ਬਹੁਤਾ ਉਤਸ਼ਾਹ ਨਹੀਂ ਕਰਦੇ, ਪਰ ਮੇਰਾ ਖਿਆਲ ਹੈ ਕਿ ਜੋ ਬੱਚੀਆਂ ਨੇ ਉਹ ਕੰਮ ਕਰਕੇ ਵਿਖਾਇਆ ਹੈਗਾ, ਉਹ ਰੰਗਮੰਚ ਦੇ ਵਿੱਚ, ਸਿਨੇਮੇ ਦੇ ਖੇਤਰ ਵਿੱਚ, ਲਿਖਣ ਦੇ ਖੇਤਰ ਜਾਂ ਸਾਰੀ ਦੁਨੀਆ ਦੇ ਫੀਲਡ ਦੇ ਵਿੱਚ, ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਜਿਹੜਾ ਆਉਣ ਵਾਲਾ ਜਿਹੜਾ ਸਮਾਂ ਹੈ
ਉਹ ਸਾਡੀ ਬੇਟੀਆਂ ਵਾਸਤੇ, ਬੱਚੀਆਂ ਵਾਸਤੇ ਬਹੁਤ ਸੁਨਹਿਰੀ ਸੁਨਹਿਰੀ ਹੋ ਸਮਾਂ ਗਿਆ। ਹੈਗਾ। ਔਰ ਕਿਤੇ ਨਾ ਕਿਤੇ ਸਾਡੀ ਜਿਹੜੀ ਪੁਰਾਣੀ ਸੋਚ ਸੀਗੀ ਉਹ ਆਪਣੇ ਆਪ ਹੀ ਬਦਲ ਖਤਮ ਹੋ ਜਾਏਗੀ ਰਹੀ ਹੈ। ਕਿ ਅਸੀਂ ਆਪਣੀ ਬੇਟੀਆਂ ਨੂੰ ਹਰ ਫੀਲਡ ਦੇ ਵਿੱਚ ਅੱਗੇ ਲੈ ਅੱਗੇ ਲੈ ਕੇ ਕੇ ਆਈਏ। ਆਈਏ। ਬਿਲਕੁਲ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਰਾਹ ਦੇਵਾਂਗੇ ਤਾਂ ਅੱਗੇ ਜਾ ਕੇ ਵੱਧਦਾ ਹੈ ਤੇ ਜੀ। ਫੁੱਲਦਾ ਹੈ। ਤੇ ਬੇਟੀਆਂ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਮੈਂ ਇਹ ਪੁੱਛਣਾ ਚਾਹਾਂਗੀ, ਜਿਵੇਂ ਤੁਸੀਂ ਜਿਹੜੀਆਂ ਵੀ ਆਪਣੀਆਂ ਰਚਨਾਵਾਂ ਕੀਤੀਆਂ, ਫਿਲਮਾਂ ਵੀ ਲਿਖੀਆਂ ਨੇ, ਗਾਣੇ ਵੀ ਬਹੁਤ ਸਾਰੇ ਲਿਖੇ ਨੇ ਤੁਸੀਂ, ਤੇ ਨਾਰੀਵਾਦ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਨਾਲ ਆਪਣੇ ਨਾਟਕਾਂ ਦੇ ਵਿੱਚ ਵਿਚਰੇ ਹੋ? ਦਰਅਸਲ ਮੈਨੂੰ ਜੇ ਮੈਂ ਵੱਡੀ ਗੱਲ ਨਹੀਂ ਕਰ ਰਿਹਾ ਜੀ। ਤਾਂ ਮੈਨੂੰ ਲੇਖਕ ਹੀ ਜਿਹੜਾ ਹੈਗਾ ਉਹ ਔਰਤਾਂ ਦਾ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ। ਜੀ ਜੀ। ਮਤਲਬ ਮੇਰੀਆਂ ਜਿੰਨੇ ਵੀ ਨਾਟਕ ਨੇਗੇ, ਜਿੰਨੀਆਂ ਮੇਰੀਆਂ ਕਹਾਣੀਆਂ ਨੇ, ਤਕਰੀਬਨ ਈਵਨ ਮੇਰੀਆਂ ਕਵਿਤਾਵਾਂ ਵਿੱਚ ਵੀ ਜਿਹੜਾ ਹੈਗਾ ਉਹ ਮੈਂ ਜਿਹੜਾ ਨਾਰੀ ਜਿਹੜੀ ਹੈਗੀ ਹੈ ਸਾਡੇ, ਔਰਤ ਜਿਹੜੀ ਹੈਗੀ ਜੀ। ਉਸ ਦੀ ਭੂਮਿਕਾ ਨੂੰ ਬਹੁਤ ਅੱਗੇ ਰੱਖ ਕੇ ਕੋਸ਼ਿਸ਼ ਗੱਲ ਕੀਤੀ ਕੀਤੀ ਹੈ। ਇਹ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਗੱਲ ਇਹ ਬੈਠੀ ਹੋਈ ਸੀ, ਸ਼ੁਰੂ ਤੋਂ ਹੀ ਬਰਨਾਲੇ ਤੋਂ ਹੀ, ਪਿੰਡਾਂ 'ਚੋਂ ਬੈਠੀ ਹੋਈ ਸੀਗੀ ਕਿ ਔਰਤ ਜਿਹੜੀ ਹੈ ਉਹ ਤਾਂ ਹੀ ਅੱਗੇ ਆ ਸਕਦੀ ਹੈ ਜੇ ਉਹ ਫਾਈਨੈਂਸ਼ੀਅਲੀ ਜਿਹੜੀ ਹੈ ਉਹ ਆਪਣੇ ਪੈਰਾਂ ਤੇ ਖੜੀ ਹੋਏ। ਬਿਲਕੁਲ ਬਿਲਕੁਲ। ਪੜ੍ਹਾਈ ਕਰਿਓ, ਲਿਖਾਈ ਕਰਿਓ, ਅੱਗੇ ਵਧਿਓ, ਲੇਕਿਨ ਜਦ ਤੱਕ ਉਹ ਇਕਨੋਮਿਕ ਤੌਰ ਦੇ ਉੱਤੇ ਆਪਣਾ ਜਿਹੜਾ ਹੈਗਾ ਪੈਰਾਂ ਤੇ ਨਹੀਂ ਖੜੀ ਹੋ ਸਕਦੀ ਤੇ ਮੈਨੂੰ ਲੱਗਦਾ ਸਮਾਜ ਦੇ ਵਿੱਚ ਉਹ ਆਪਣੀ ਉਹ ਜਗ੍ਹਾ ਨਹੀਂ ਲੈ ਸਕਦੀ ਜਿਹੜੀ ਉਹਨੂੰ ਲੈਣੀ ਚਾਹੀਦੀ ਹੈ। ਬਿਲਕੁਲ। ਇਸ ਕਰਕੇ ਮੈਂ ਜਿੰਨੇ ਵੀ ਤਕਰੀਬਨ ਮੇਰੇ ਨਾਟਕ ਨੇ, ਚਾਹੇ ਮੇਰਾ ਨਾਟਕ ਉਡਾਰੀ ਹੈ, ਚਾਹੇ ਮੇਰਾ ਨਾਟਕ ਕਰਲੀ ਹੈ, ਚਾਹੇ ਪਬੱਕਾ ਮੇਰਾ ਨਾਟਕ ਹੈ, ਚਾਹੇ ਰਿਸ਼ਤੇ ਨਾਟਕ ਹੈ, ਕੋਈ ਮੇਰੇ ਨਾਟਕ ਨੇ, ਚਾਹੇ ਮੇਰੀਆਂ ਕਹਾਣੀਆਂ ਨੇਗੀਆਂ, ਚਾਹੇ ਮੇਰੀਆਂ ਫਿਲਮ ਦੀਆਂ ਕਹਾਣੀਆਂ ਨੇ, ਉਹਨਾਂ ਵਿੱਚ ਮੋਸਟਲੀ ਔਰਤ ਜਿਹੜੀ ਹੈਗੀ ਹੈ ਉਹੀ ਜਿਹੜੀ ਹੈਗੀ ਉਹ ਮੁੱਖ ਪਾਤਰ ਹੋਏਗੀ। ਲੇਕਿਨ ਮੈਂ ਔਰਤ ਨੂੰ ਕਦੇ ਕਮਜ਼ੋਰ ਵੀ ਨਹੀਂ ਦਿਖਾਉਣਾ ਚਾਹੁੰਦਾਗਾ। ਮੈਂ ਇਹ ਨਹੀਂ ਚਾਹੁੰਦਾਗਾ ਕਿ ਉਹ ਰੋ ਰਹੀ ਹੈਗੀ, ਪਿੱਟ ਰਹੀ ਹੈ, ਮੇਰੇ ਤੇ ਮਰਦ ਨੇ ਇਹ ਜ਼ੁਲਮ ਕਰਤਾ। ਮੈਂ ਤਾਂ ਔਰਤ ਨੂੰ ਇਹ ਚਾਹੁੰਦਾਗਾ ਕਿ ਜੇ ਉਸ ਦੇ ਮਰਦ ਨੇ ਸਮਾਜ ਦੇ ਵਿੱਚ ਕਿਸੇ ਨੇ ਉਹਦੇ ਖਿਲਾਫ ਬਗਾਵਤ ਕੀਤੀ ਹੈਗੀ ਤਾਂ ਉਸ ਨੂੰ ਜਿਹੜਾ ਹੈਗਾ ਉਹ ਆਪਣਾ ਹਥਿਆਰ ਚੁੱਕ ਲੈਣਾ। ਹਥਿਆਰ ਜਿਹੜਾ ਹੈਗਾ ਇਹ ਨਹੀਂ ਕਿ ਮੈਂ ਕਹਿੰਦਾ ਮਾਰ ਦੇਣਾ ਚਾਹੀਦਾ, ਆਪਣੀ ਈਗੋ ਵਾਸਤੇ, ਆਪਣੀ ਆਇਡੈਂਟੀਟੀ ਵਾਸਤੇ ਜਿਹੜਾ ਹੈਗਾ ਉਹਨੂੰ ਲੜਨਾ ਚਾਹੀਦਾ। ਬਿਲਕੁਲ। ਉਹ ਇਹ ਮੈਨੂੰ ਲਾਈਨ ਹੈ, ਕਹਿੰਦੇ ਅੱਧਾ ਅੰਗ ਨਾਰ ਨੂੰ ਕਹਿੰਦੇ ਸਾਰੇ ਗ੍ਰੰਥ ਪਵਿੱਤਰ ਨੇ, ਨਾਰੀ ਨੂੰ ਜੋ ਜੁੱਤੀ ਸਮਝਣ ਖੁਦ ਵੇਖ ਛਿੱਤਰ ਨੇ। ਸੋ ਤੁਸੀਂ ਨਾਰੀਵਾਦ ਦੀ, ਨਾਰੀਆਂ ਦੇ ਹੱਕ ਦੀ ਗੱਲ ਕੀਤੀ ਹੈ ਤੇ ਕਿਤੇ ਨਾ ਕਿਤੇ ਉਹ ਸਮਾਜ ਦੇ ਵਿੱਚ ਵੀ ਸੇਧ ਦਿੰਦਾ ਹੈ ਕਿ ਉਹਨਾਂ ਨੂੰ ਆਪਣੀ ਜਗ੍ਹਾ ਬਣਾਉਣ ਲਈ ਤੇ ਸਮਾਜ ਨੂੰ ਦੱਸਦਾ ਹੈ ਕਿ ਉਹ ਉਹਨਾਂ ਨੂੰ ਸਪੋਰਟ ਕਰਨ, ਖੜਾ ਕਰਨ। ਤੇ ਬਹੁਤ ਸੋਹਣੇ ਵਿਚਾਰਾਂ ਦੇ ਨਾਲ ਤੁਸੀਂ ਆਪਣੀ ਹਰ ਚੀਜ਼ ਨੂੰ ਪੇਸ਼ ਕੀਤਾ ਤੇ ਨਾਟਕਾਂ ਤੋਂ ਤੁਸੀਂ ਸਫ਼ਰ ਤੈਅ ਕਰਦੇ ਕਰਦੇ ਫਿਲਮਾਂ 'ਚ ਵੀ ਆਏ, ਫਿਲਮਾਂ 'ਚ ਭੂਮਿਕਾ ਵੀ ਨਿਭਾਈ ਹੀਰੋ ਦੇ ਤੌਰ ਤੇ ਤੁਹਾਨੂੰ ਫਿਲਮਾਂ ਦੇ ਵਿੱਚ ਤੇ ਨਾਟਕਾਂ ਦੇ ਵਿੱਚ ਕੀ ਫਰਕ ਲੱਗਦਾ ਹੈ, ਜਾਂ ਤੁਹਾਨੂੰ ਲੱਗਦਾ ਕਿ ਨਾਟਕ ਖੇਡਣੇ ਜ਼ਿਆਦਾ ਚੰਗੇ ਸੀ ਜਾਂ ਫਿਲਮਾਂ ਦੇ ਵਿੱਚ ਆਉਣਾ ਜ਼ਿਆਦਾ ਚੰਗਾ ਸੀ? ਦਰਅਸਲ ਸੰਦੀਪ ਜੀ, ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਮੈਂ ਰੰਗਮੰਚ ਕਰਨ ਵਾਲਾ ਇੱਕ ਵਿਦਿਆਰਥੀ ਹਾਂ, ਆਈ ਐਮ ਏ ਸਟੂਡੈਂਟ, ਮੈਂ ਹੁਣ ਵੀ ਸਟੂਡੈਂਟ ਹਾਂ ਜੀ। ਵੇਖਿਆ ਜਾਵੇ ਤਾਂ ਮੈਨੂੰ ਫਿਲਮਾਂ ਕਦੇ ਕੋਈ ਬਹੁਤਾ ਫੈਸੀਨੇਟ ਨਹੀਂ ਕਰਦੀਆਂ, ਬਹੁਤਾ ਜ਼ਿਆਦਾ ਮੈਂ ਉਹਨਾਂ ਤੋਂ ਕੋਈ ਬਹੁਤਾ ਅਚੰਭਤ ਨਹੀਂ, ਪ੍ਰਭਾਵਿਤ ਨਹੀਂ ਹੁੰਦਾ। ਜੇ ਮੈਂ ਜਾਣਾ ਹੁੰਦਾ ਤਾਂ ਮੈਂ ਉਸ ਵੇਲੇ ਵੀ ਜਿਹੜਾ ਸੀਗਾ ਫਿਲਮਾਂ ਦੇ ਵਿੱਚ ਜਾ ਸਕਦਾ ਸੀਗਾ, ਕੰਮ ਕਰ ਸਕਦਾ ਸੀ, ਬੰਬੇ ਜਾ ਸਕਦਾ ਸੀ, ਪਰ ਮੈਂ ਨਹੀਂ ਗਿਆ। ਮੈਂ ਰੰਗਮੰਚ ਹੀ ਕਰਦਾ ਰਿਹਾ, ਚਾਹੇ ਆਪਣੀ ਗੁਰਬਤ ਦੇ ਵਿੱਚ, ਗਰੀਬੀ ਦੇ ਵਿੱਚ, ਭੁੱਖ ਨੰਗ ਦੇ ਵਿੱਚ, ਜੋ ਵੀ ਕੀਤਾ ਮੈਂ ਉੱਚੀ ਕਰਦਾ ਰਿਹਾ, ਆਪਣੇ ਬੱਚੇ ਪਾਲੇ, ਆਪਣਾ ਸਭ ਕੁਛ ਕੀਤਾ। ਮੇਰਾ ਕਹਿਣ ਤੋਂ ਮਕਸਦ ਇਹ ਹੈਗਾ ਕਿ ਜੋ ਸੈਟਿਸਫੈਕਸ਼ਨ ਜਿਹੜੀ ਹੈ ਤੁਹਾਡਾ ਮਨ ਜਿਹੜਾ ਹੈਗਾ ਰੱਜਿਆ ਉਦੋਂ ਮਹਿਸੂਸ ਕਰਦਾ ਹੈ ਜਦੋਂ ਤੁਸੀਂ ਕੋਈ ਨਾਟਕ ਲਿਖਦੇ ਹੋ ਜੀ, ਜਾਂ ਤੁਸੀਂ ਰੰਗਮੰਚ ਉੱਤੇ ਕੋਈ ਰੋਲ ਪਲੇ ਕਰਦੇ ਹੋ। ਉਹ ਜਿਹੜਾ ਸੰਤੁਸ਼ਟੀ ਜਿਹੜੀ ਹੈ ਨਾ, ਉਹ ਤੁਹਾਨੂੰ ਫਿਲਮ ਵਿੱਚ ਕੰਮ ਕਰਕੇ ਨਹੀਂ ਮਿਲਦੀ ਹੈਗੀ, ਕਿਉਂਕਿ ਫਿਲਮ ਦੇ ਵਿੱਚ ਵਾਰ-ਵਾਰ ਇੱਕ ਸ਼ਾਟ ਤੋਂ ਬਾਅਦ ਕੱਟ ਨੇ, ਰੀਟੇਕ ਨੇ, ਉੱਥੇ ਤੁਹਾਨੂੰ ਸਵਿਚ ਔਨ ਸਵਿਚ ਆਫ ਹੋਣਾ ਪੈਂਦਾ ਹੈ, ਜਿਹੜਾ ਕਿ ਐਕਟਰ ਵਾਸਤੇ ਇੱਕ ਵੱਖਰੀ ਟ੍ਰੇਨਿੰਗ ਹੈ। ਪਰ ਥੀਏਟਰ ਦੇ ਵਿੱਚ ਕੰਟੀਨਿਊਸਲੀ ਜਦੋਂ ਹੈਗਾ ਤੁਸੀਂ ਇੱਕ ਰੋਲ ਦੇ ਵਿੱਚ ਜੀ ਰਹੇ ਹੋਗੇ ਔਰ ਤੁਸੀਂ ਉਹਦੇ ਵਿੱਚ ਹੀ ਢਲੇ ਹੋਏ ਹੋਗੇ, ਜਦ ਤੱਕ ਜਦੋਂ ਤੁਸੀਂ ਸਟੇਜ ਦੇ ਉੱਤੇ ਨਾਟਕ ਕਰਕੇ ਪੂਰਾ ਨਹੀਂ ਉਤਰਦੇ ਤਦ ਤੱਕ ਤੁਸੀਂ ਉਸ ਰੋਲ ਦੇ ਵਿੱਚ ਹੀ ਇਨਵੋਲਵ ਹੈਗੇ ਹੋ। ਇਹ ਜਿਹੜੀ ਸੈਟਿਸਫੈਕਸ਼ਨ ਹੈ ਨਾ, ਇਹ ਰੰਗਮੰਚ ਹੀ ਦੇ ਸਕਦਾ ਹੈ, ਫਿਲਮਾਂ ਨਹੀਂ ਦੇ ਸਕਦਾ। ਇਸ ਤੋਂ ਗੱਲ, ਕਦੇ ਤੁਹਾਡੇ ਨਾਲ ਜ਼ਿੰਦਗੀ 'ਚ ਐਸਾ ਵਾਕਿਆ ਹੋਇਆ ਹੋਵੇ ਕਿ ਤੁਸੀਂ ਰੰਗਮੰਚ ਦੇ ਵਿੱਚ ਨਾਟਕ ਖੇਡ ਰਹੇ ਹੋ ਤੇ ਜ਼ਿੰਦਗੀ ਦੇ ਵਿੱਚ ਕੁਝ ਐਸਾ ਵਾਪਰਿਆ ਹੋਵੇ ਜਿਸ ਨੂੰ ਭੁਲਾ ਕੇ ਤੁਹਾਨੂੰ ਆਪਣਾ ਉਹ ਰੂਪ ਜਾਂ ਉਹ ਨਾਟਕ ਜਿਹੜਾ ਪੂਰਾ ਕਰਨਾ ਪਿਆ ਹੋਵੇ? ਕਿਉਂਕਿ ਕਈ ਵਾਰ ਸੁਣਦੇ ਹਾਂ ਕਿ ਕਲੈਸ਼ ਹੁੰਦਾ ਹੈ ਕਿ ਆਪਾਂ ਪਰਿਵਾਰਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਕੋਈ ਐਸੀ ਚੀਜ਼ ਵਾਪਰੀ ਹੁੰਦੀ ਹੈ ਪਰ ਅਸੀਂ ਆਪਣਾ ਮੰਚ ਨਹੀਂ ਛੱਡ ਸਕਦੇ, ਕਲਾ ਨਹੀਂ ਛੱਡ ਸਕਦੇ। ਕਦੇ ਐਸੀ ਸ਼ਸ਼ੋਪੰਜ ਦੇ ਵਿੱਚ ਪਏ ਹੋ
ਕਿ ਮੰਚ ਤੇ ਹੋਵੋ ਤੇ ਪਿੱਛੇ ਕੁਝ ਹੋਰ ਚੱਲ ਰਿਹਾ ਹੋਵੇ? ਬੜੀ ਵਾਰੀ ਹੋਇਆਗਾ। ਬੜੀ ਵਾਰੀ ਇਸ ਤਰ੍ਹਾਂ ਹੋਇਆਗਾ, ਮੇਰੀ ਜਿਹੜੀ ਪਤਨੀ ਹੈ ਜੀ ਉਹ ਮੇਰੇ ਨਾਲ ਜ਼ਿੰਦਗੀ 'ਚ ਉਹਨੇ ਮੇਰਾ ਬਹੁਤ ਸਾਥ ਦਿੱਤਾ ਹੈਗਾ। ਮਸਲਨ ਮੈਂ ਇੱਕ ਪਲੇ ਕਰ ਰਿਹਾ ਸੀ ਚੰਡੀਗੜ੍ਹ ਦੇ ਵਿੱਚ, ਦੇਖ ਤਮਾਸ਼ਾ ਪੁਤਲੀ ਦਾ, ਤੇ 2 ਦਿਨ ਪਹਿਲਾਂ ਜਿਹੜੀ ਹੀਰੋਇਨ ਸੀਗੀ ਉਹਨੇ ਮੈਨੂੰ ਕਹਿ ਤਾ ਤੇ ਮੈਂ ਤੇ ਬਿਮਾਰ ਹੋ ਗਿਆ ਜੀ, ਮੈਂ ਤੇ ਆ ਹੀ ਨਹੀਂ ਸਕਦੀ ਜੀ। ਓਕੇ। ਔਰ 2 ਦਿਨ ਪਹਿਲਾਂ ਤੇ ਮੇਰੀ ਜਿਹੜੀ ਪਤਨੀ ਹੈ, ਮੇਰਾ ਬੇਟਾ ਜਿਹੜਾ ਛੋਟਾ ਜਿਹਾ ਉਹ, ਮੈਂ ਉਹਨੂੰ ਫੜਿਆ ਹੋਇਆ ਤੇ ਉਹਨੂੰ ਮੈਂ ਡਾਇਲੋਗ ਯਾਦ ਕਰਵਾ ਰਿਹਾਗਾ, ਉਹਨੂੰ ਰੋਲ ਕਰਵਾ ਰਿਹਾ, ਉਹਨੂੰ ਹੀਰੋਇਨ ਦਾ ਰੋਲ ਮਤਲਬ ਕਿ ਤਿਆਰ ਕਰਵਾ ਰਿਹਾਗਾ, ਔਰ ਉਹ ਵਿਚਾਰੀ ਰੋਲ ਤਿਆਰ ਕਰ ਰਹੀ ਹੈ। ਲੇਕਿਨ ਗੱਲ ਇਹ ਹੈਗੀ ਕਿ ਜਦੋਂ ਉਹਨੇ ਰੋਲ ਤਿਆਰ ਕਰ ਲਿਆ, ਸਾਰਾ ਤਿਆਰ ਹੋ ਗਿਆ, ਤੇ ਅੱਧੇ ਘੰਟੇ ਤੋਂ ਪਹਿਲਾਂ ਹੀਰੋਇਨ ਆ ਗਈ, ਕਹਿੰਦੀ ਜੀ ਮੈਂ ਆ ਗਿਆ, ਮੈਂ ਠੀਕ ਹੋ ਗਈ। ਤੇ ਕਿਤੇ ਨਾ ਕਿਤੇ ਕਿ ਰੀਅਲ ਲਾਈਫ ਦੀ ਜਿਹੜੀ ਥੋੜੀ ਸੰਗਣੀ ਸੀ ਜਦੋਂ ਮੰਚ ਤੇ ਆਉਣ ਲੱਗੀ ਤੇ ਮੰਚ ਵਾਲੀ ਨੇ ਆਪਣਾ ਜਿਹੜਾ ਹੈਗਾ ਦਰਜਾ ਸਾਂਭ ਲਿਆ ਕੇ, ਤੇ ਫਿਰ ਬਾਅਦ ਚੋਂ ਘਰੋਂ ਝਿੜਕਾਂ ਨਹੀਂ ਪਈਆਂ ਵੀ ਇਹ ਕੀ ਹੋਇਆ? ਹਾਂ, ਮੇਰਾ ਕਹਿਣ ਤੋਂ ਮਕਸਦ ਇਹ ਹੈਗਾ ਕਿ ਮੈਂ ਹਰ ਜਗ੍ਹਾ ਤੇ ਕਹਿਣਾ ਹੁੰਦਾ ਕਿ ਜਿਹੜੀ ਮੇਰੀ ਪਤਨੀ ਹੈ ਉਹ ਮੇਰੀ ਸਭ ਤੋਂ ਪਹਿਲੀ ਆਲੋਚਕ ਹੈ। ਸ਼ੀ ਇਜ਼ ਮਾਈ ਫਸਟ ਕ੍ਰਿਟਿਕ। ਮੈਂ ਕੋਈ ਵੀ ਆਪਣੀ ਰਚਨਾ ਲਿਖਦਾ, ਕੋਈ ਵੀ ਕਹਾਣੀ ਲਿਖਦਾ, ਕੁਝ ਵੀ ਲਿਖਦਾ, ਸਭ ਤੋਂ ਪਹਿਲਾਂ ਮੈਂ ਆਪਣੀ ਪਤਨੀ ਨੂੰ ਸੁਣਾਉਣਾ, ਔਰ ਉਹ ਸੁਣਾਉਣ ਤੋਂ ਬਾਅਦ ਉਹ ਮੈਨੂੰ ਉਸੇ ਵੇਲੇ ਜਿਹੜਾ ਹੈਗਾ ਉਹ ਕਹਿ ਦਿੰਦੀ ਹੈਗੀ ਇਮੀਡੀਏਟਲੀ ਕਿ ਇਹਦੇ ਵਿੱਚ ਇਹ ਠੀਕ ਨਹੀਂ ਹੈਗਾ, ਇਹ ਨਹੀਂ ਲੱਗਦਾ, ਤੁਸੀਂ ਇਹਦੇ ਬਾਰੇ ਸੋਚੋ, ਇਹ ਠੀਕ ਨਹੀਂ ਲੱਗਦਾ। ਫਿਰ ਮੈਂ ਉਸ 'ਤੇ ਗੌਰ ਕਰਦਾ, ਔਰ ਉਹ ਬਹੁਤ ਕੁਝ ਰਚਨਾ ਦੇ ਵਿੱਚ ਜਿਹੜਾ ਮੈਨੂੰ ਵੀ ਨਹੀਂ ਪਤਾ ਹੁੰਦਾ ਕਿ ਮੈਂ ਕੀ ਲਿਖਿਆ ਹੈਗਾ, ਉਸ ਨੂੰ ਉਹ ਸਮਝਦੀ ਹੈਗੀ ਹੈ ਤੇ ਉਸ ਦੀ ਫੀਡਬੈਕ ਉਹ ਜਦੋਂ ਮੈਨੂੰ ਦਿੰਦੀ ਹੈਗੀ। ਤਾਂ ਇਸ ਕਰਕੇ ਮੈਂ ਬੜੀ ਜਗ੍ਹਾ ਤੇ ਕਹਿਣਾ ਹੁੰਦਾ ਕਿ ਮੇਰੀ ਪਹਿਲੀ ਜਿਹੜੀ ਆਲੋਚਕ ਹੈਗੀ ਉਹ ਮੇਰੀ ਪਤਨੀ ਹੈ। ਤੇ ਇਹ ਤਾਂ ਹੀ ਸੱਚ ਕਹਿੰਦੇ ਨੇ ਕਿ ਉਹਨਾਂ ਦੇ ਸਾਥ ਨਾਲ ਅੱਜ ਤੁਸੀਂ ਐਡਾ ਲੰਬਾ ਸਫ਼ਰ ਤੈਅ ਕੀਤਾ। ਇੰਨੇ ਨੈਸ਼ਨਲ ਅਵਾਰਡ ਤੁਸੀਂ, ਜਿਵੇਂ ਤੁਹਾਡੀ 3 ਫਿਲਮਾਂ ਦੀ ਅਸੀਂ ਗੱਲ ਕੀਤੀ ਹੈ ਕਿ ਮਿਲੇ, ਚੰਨ ਪਰਦੇਸੀ ਨੂੰ, ਸ਼੍ਰੀ ਹੇਮਕੁੰਟ ਸਾਹਿਬ ਤੇ ਚਿੱਤਰਕਾਰ ਦੀ ਪ੍ਰੋਫਾਈਲ ਆਫ ਏ ਪੇਂਟਰ। ਪ੍ਰੋਫਾਈਲ ਆਫ ਏ ਪੇਂਟਰ ਜਿਹੜੀ ਫਿਲਮ ਜਿਹੜੀ ਹੈਗੀ ਹੈ ਇਹ ਸਰਦਾਰ ਸੋਭਾ ਸਿੰਘ ਜੀ ਦੇ ਲਾਈਫ ਤੇ ਬਣਾਈ ਹੈ, ਨਿਰਧਾਰਿਤ ਹੈ ਜੀ। ਇਹ ਸਰਦਾਰ ਸੋਭਾ ਸਿੰਘ ਜੀ ਉਦੋਂ ਜਿਉਂਦੇ ਸੀਗੇ, ਉਦੋਂ ਅੰਦਰੇਟੇ ਰਹਿੰਦੇ ਸੀ ਪਾਲਮਪੁਰ ਦੇ ਵਿੱਚ। ਉੱਥੇ ਮੈਂ 1 ਮਹੀਨਾ ਸਰਦਾਰ ਸੋਭਾ ਸਿੰਘ ਦੇ ਘਰ ਰਿਹਾ ਸੀਗਾ, ਔਰ ਅਸੀਂ ਉੱਥੇ ਹੀ ਇਹ ਸਕ੍ਰਿਪਟ ਡਿਵੈਲਪ ਕੀਤਾ ਤੇ ਸ਼ੂਟਿੰਗ ਕੀਤੀ। ਮੈਂ ਤੇ ਅੱਜ ਗੱਲਾਂ 'ਚ ਮੈਨੂੰ ਯਾਦ ਆ ਗਿਆ ਕਿ ਸਰਦਾਰ ਸੋਭਾ ਸਿੰਘ ਐਡੇ ਵੱਡੇ ਪੇਂਟਰ ਸੀਗੇ, ਲੇਕਿਨ ਐਡੇ ਵੱਡੇ ਬੰਦੇ ਜਿਹੜੇ ਸੀਗੇ ਕਿ ਮੈਂ ਇੱਕ ਦਿਨ ਦੇਖਿਆ ਉਹਨਾਂ ਨੂੰ ਕਿ ਬਨੈਣ ਉਹਨੇ ਪੁੱਠੀ ਪਾਈ ਹੋਈ ਉਹਨਾਂ ਨੇ, ਤੇ ਮੈਂ ਕਿਹਾ ਸਰਦਾਰ ਜੀ ਤੁਸੀਂ ਬਨੈਣ ਪੁੱਠੀ ਪਾ ਲਈ? ਕਹਿੰਦੇ ਮੈਂ ਪਾਈ ਨਹੀਂ, ਮੈਂ ਪਾਨਾ ਹੀ ਬਨੈਣ ਪੁੱਠੀ ਆ। ਗਣੀਮਤ ਉਹਨਾਂ ਦੀ। ਮੈਂ ਕਿਹਾ ਇਹ ਕਿਉਂ? ਕਹਿੰਦੇ ਗੱਲ ਇਹ ਹੈ ਕਿ ਅਸੀਂ ਜਿਹੜੇ ਲੋਕ ਆ, ਅਸੀਂ ਜ਼ਿੰਦਗੀ ਦੇ ਵਿੱਚ ਜਿਹੜਾ ਖੁਰਦਰਾ ਪਾਸਾ ਹੈ, ਜਿਹੜਾ ਭੈੜਾ ਪਾਸਾ ਹੈ, ਉਹ ਲੋਕਾਂ ਨੂੰ ਖਾਂਦੇ ਹਾਂ, ਤੇ ਚੰਗਾ ਪਾਸਾ ਜਿਹੜਾ ਹੈਗਾ ਉਹ ਕਹਿੰਦਾ ਅਸੀਂ ਉਲਟ ਕਰ ਲੈਂਦੇ ਹਾਂ। ਇਸ ਕਰਕੇ ਮੈਂ ਚਾਹਾਂਗਾ ਕਿ ਜਿਹੜਾ ਚੰਗਾ ਪਾਸਾ ਹੈ, ਜਿਹੜੀ ਮੇਰੀ ਬੁਨੈਣ ਦੀ ਸਿਉਣ ਹੈ, ਉਹ ਮੇਰੇ ਜਿਸਮ ਨੂੰ ਟੱਚ ਨਾ ਕਰੇ, ਮੇਰੇ ਉਹਨੂੰ ਦਰਦ ਨਾ ਦੇਵੇ। ਮੈਂ ਇਸ ਕਰਕੇ ਜਿਹੜਾ ਹੈਗਾ ਮਤਲਬ ਕਿ ਉਸ ਨੂੰ ਦੂਜੇ ਪਾਸੇ ਰੱਖਦਾ ਤੇ ਸਾਫ਼ ਪਾਸਾ ਇੱਧਰ ਰੱਖਦਾ। ਸੋ ਮੇਰਾ ਕਹਿਣ ਤੋਂ ਮਕਸਦ ਹੈ ਕਿ ਪ੍ਰੋਫਾਈਲ ਆਫ ਏ ਪੇਂਟਰ ਜਿਹੜੀ ਸੀਗੀ ਫਿਲਮ, ਇਹ SV ਦੁਰਗਾ ਸਾਹਿਬ ਨੇ ਡਾਇਰੈਕਟ ਕੀਤੀ ਸੀ ਫਿਲਮ, ਡਾਇਰੈਕਟਰ ਸਾਹਿਬ ਜਿਹੜੇ ਸੀਗੇ, ਔਰ ਇਸ ਨੂੰ ਕੈਲੀਕਟ ਦੇ ਵਿੱਚ ਜਿਹੜਾ ਸੀਗਾ ਤਾਮਿਲਨਾਡੂ ਦੇ ਵਿੱਚ ਫਿਲਮ ਫੈਸਟੀਵਲ ਦੇ ਵਿੱਚ ਇਸ ਨੂੰ ਨੈਸ਼ਨਲ ਅਵਾਰਡ ਮਿਲਿਆ ਸੀ। ਬਿਲਕੁਲ, ਔਰ ਕਿੰਨੀ ਸੋਹਣੀ ਗੱਲ ਤੁਸੀਂ ਉਹਨਾਂ ਦੀ ਕੀਤੀ ਕਿ ਵਿਅਕਤੀ ਹਮੇਸ਼ਾ ਦੂਜਿਆਂ ਦੇ ਲਈ ਚੰਗਾ ਦਿਖਾਉਣ ਦੇ ਲਈ ਆਪਣੇ ਆਪ ਨੂੰ ਕਸ਼ਟ ਦਿੰਦਾ ਰਹਿੰਦਾ। ਤੇ ਮੈਨੂੰ ਵੀ ਇਸ ਤੋਂ ਸਿੱਖ ਮਿਲੀ ਕਿ ਆਪਣੀ ਜ਼ਿੰਦਗੀ 'ਚ ਜੋ ਚੀਜ਼ ਖੁਦ ਨੂੰ ਚੰਗੀ ਲੱਗੇ, ਖੁਦ ਦੇ ਲਈ ਚੰਗੀ ਹੋਵੇ, ਪਹਿਲਾਂ ਅਸੀਂ ਨਿੱਜ ਨੂੰ ਹੰਡਾਈਏ, ਫਿਰ ਜਾ ਕੇ ਦੂਸਰਿਆਂ ਦੀ ਗੱਲ ਕਰੀਏ। ਤੇ ਬਹੁਤ ਸਾਰੇ ਗਾਣੇ ਤੁਸੀਂ ਲਿਖੇ, ਤੁਹਾਡੇ ਗਾਣੇ ਵੀ ਬੜੇ ਪਾਪੂਲਰ ਹੋਏ ਨੇ। ਤੇ ਗਾਣੇ ਤੁਸੀਂ ਫਿਰ ਆਪਣੀ ਵਾਈਫ ਨੂੰ ਦੇਖ ਕੇ ਲਿਖਦੇ ਸੀ ਜਾਂ ਵੈਸੇ ਹੀ ਮਨ ਦੇ ਵਿੱਚ ਕੁਝ ਚੰਚਲਪਨ ਸੀ? ਦਰਅਸਲ ਜਿਹੜੇ ਗੀਤ ਜਿਹੜੇ ਹੈਗੇ ਜਿਹੜੇ ਮੈਂ ਲਿਖੇ ਨੇਗੇ, ਉਹ ਜ਼ਿੰਦਗੀ ਦੇ ਵਿੱਚ ਉਹਦੇ ਵਿੱਚ ਬੜੀਆਂ ਘਟਨਾਵਾਂ ਇਨਵੋਲਵ ਨੇ, ਜਿਹਦੇ ਵਿੱਚ ਖੂਬਸੂਰਤੀ ਵੀ ਹੈ, ਦਰਦ ਵੀ ਹੈ, ਰੁੱਖਾਪਨ ਵੀ ਹੈ, ਬੇਵੱਸੀ ਵੀ ਹੈ, ਸਭ ਕੁਛ ਹੈ। ਇਸ ਤਰ੍ਹਾਂ ਦੇ ਜਿਹੜੇ ਗੀਤ ਜਿਹੜੇ ਨੇਗੇ ਉਹ ਮਤਲਬ ਕਿ ਮੈਂ ਲਿਖੇ, ਲੇਕਿਨ ਮੈਨੂੰ ਨਹੀਂ ਸੀ ਪਤਾ ਕਿ ਇਹ ਗੀਤ ਜਿਹੜੇ ਨੇਗੇ ਕਿਸੇ ਦਿਨ ਫਿਲਮਾਂ ਦਾ ਹਿੱਸਾ ਵੀ ਬਣ ਜਾਣਗੇ। ਮਸਲਨ ਜਿਵੇਂ ਤੁਸੀਂ ਚੰਨ ਪਰਦੇਸੀ ਫਿਲਮ ਦੀ ਗੱਲ ਕੀਤੀ ਹੈਗੀ ਹੈ, ਇਹ ਚੰਨ ਪਰਦੇਸੀ ਫਿਲਮ ਜਿਹੜੀ ਹੈਗੀ ਆ, ਬਲਦੇਵ ਗਿੱਲ ਜਿਹੜੇ ਇਸ ਕਹਾਣੀ ਦੇ ਰਾਈਟਰ ਨੇ ਔਰ ਡਾਇਲੋਗ ਰਾਈਟਰ ਨੇਗੇ ਬਲਦੇਵ ਗਿੱਲ ਜੀ, ਉਹ ਤੇ ਅਸੀਂ ਇਕੱਠੇ ਹੀ ਚੰਡੀਗੜ੍ਹ ਰਹਿੰਦੇ ਸੀ ਇੱਕੋ ਕਮਰੇ ਦੇ ਵਿੱਚ। ਅਸੀਂ ਉਦੋਂ ਪੰਜਾਬ ਡਰਾਮਾ ਰੈਪਰਟਰੀ ਕੰਪਨੀ ਸੀ, ਤੇ ਇਹ ਜਿਹੜੀ ਕਹਾਣੀ, ਜਿਹੜੀ ਬੇਸਿਕ ਕਹਾਣੀ ਜਿਹੜੀ ਚੰਨ ਪਰਦੇਸੀ ਦੀ ਸੀਗੀ, ਇਹ ਮੈਂ ਬਲਦੇਵ ਗਿੱਲ ਨੂੰ ਸੁਣਾਈ ਸੀਗੀ, ਤੇ ਉਹਨਾਂ ਨੇ ਫਿਰ ਬਾਅਦ ਦੇ ਵਿੱਚ
ਇਹਦੇ ਵਿੱਚ ਹੋਰ ਆਪਣੇ ਤਰੀਕੇ ਨਾਲ ਸੁਧਾਰ ਕਰਕੇ ਹੋਰ ਕਈ ਲੋਕਾਂ ਨੂੰ ਸੁਧਾਰ ਕਰਕੇ ਇਸ ਕਹਾਣੀ ਨੂੰ ਲਿਖਿਆ। ਤੇ ਅਸੀਂ ਉੱਥੇ ਬਹਿ ਕੇ ਮੇਜ਼ ਦੇ ਉੱਤੇ ਢੋਲਕੀ ਵਜਾ ਕੇ ਇੱਕ ਇੱਥੇ ਵੀ ਹੋਈ ਜਾਏ, ਮੈਂ ਕਹਿੰਦੀ ਹਾਂ ਕਿ ਹੁਣ ਬੈਠਿਆਂ ਤੇ ਅਸੀਂ ਕੋਈ ਇੱਕ ਗਾਣਾ ਤੁਹਾਡਾ ਲਿਖਿਆ। ਦਰਅਸਲ ਉਹ ਸੀਗਾ ਕਿ ਉਸ ਅਸੀਂ ਗਾਣੇ ਜਿਹੜੇ ਸੀਗੇ ਉਹ ਅਸੀਂ ਤਿਆਰ ਕੀਤੇ ਤੇ ਰੋਜ਼ ਤੱਕ ਦੀ ਫੇਰਾ ਮੈਂ ਤੇਰਾ ਰਾਹ ਤੂੰ ਮੇਰੇ ਵੱਲ ਤੱਕ ਕਹਾਣੀਆਂ, ਉਹ ਗਾਣੇ ਵਿੱਚ ਤੇ ਚੰਨ ਪਰਦੇਸੀ ਦੇ ਵਿੱਚ ਛੋਟਾ ਜਿਹਾ ਮੈਂ ਕਰਤਾਰੇ ਦਾ ਰੋਲ ਵੀ ਨਿਭਾਇਆ ਸੀ। ਇਹੀ ਨਹੀਂ ਹੈਗਾ ਕਿ ਮੇਰੀਆਂ ਹੋਰ ਫਿਲਮਾਂ ਦੇ ਵਿੱਚ ਵੀ ਵਰਿੰਦਰ ਨੇ ਉਦੋਂ ਨਿੰਮੋ ਫਿਲਮ ਬਣਾਈ ਸੀਗੀ ਜੀ, ਉਹਦੇ ਵਿੱਚ ਮੇਰਾ ਇੱਕ ਗੀਤ ਜਿਹੜਾ ਸਲਮਾ ਗਾ ਸੁਰੇਸ਼ ਵਾਡਕਰ ਨੇ ਗਾਇਆ, ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਇੱਕ ਚਰਖੇ ਦੀ ਹੋਵੇ ਕੁਝ ਮਿੱਤਰਾ, ਸਵਿਤਾ ਸਾਥੀ। ਇੱਕ ਇੱਥੇ ਕੁਲਦੀਪ ਦੀਪਕ ਜੀ ਹੈਗੇ ਨੇਗੇ ਜਿਹੜੇ ਬਹੁਤ ਪੰਜਾਬ ਦੀ ਗੂੰਜ ਰੇਡੀਓ ਚਲਾ ਰਹੇ ਨੇ, ਕਿੰਨੇ ਸਾਲਾਂ ਤੋਂ ਚਲਾ ਰਹੇ, ਸਭ ਤੋਂ ਪੁਆਇੰਟਰ ਨੇ ਉਹ ਇੱਥੇ ਰਹਿੰਦੇ ਨੇਗੇ ਟੋਰਾਂਟੋ ਦੇ ਵਿੱਚ ਹੀ, ਕੁਲਦੀਪ ਦੀਪਕ ਜੀ। ਉਹਨਾਂ ਨੇ ਇੱਕ 1990 ਦੇ ਵਿੱਚ ਜਿਹੜਾ ਸੀਗਾ ਉਹਨਾਂ ਨੇ ਇੱਕ ਰਿਕਾਰਡ ਜਿਹੜਾ ਸੀਗਾ ਕੱਢਿਆ ਸੀ, ਉਹਦੇ ਵਿੱਚ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, SS ਮਿਸ਼ਾ ਤੇ ਮੇਰੇ ਗੀਤ ਸ਼ਾਮਲ ਨੇ। ਔਰ ਉਸ ਰਿਕਾਰਡ ਦਾ ਨਾਮ ਸੀ ਇੱਕ ਸਾਹ ਸੱਜਣਾ ਦਾ। ਉਹਦੇ ਵਿੱਚ ਇੱਕ ਗਾਣਾ ਮੇਰਾ ਸਵਿਤਾ ਸਾਥੀ ਨੇ ਗਾਇਆ ਹੈ, ਨਿੰਮੀ ਨਿੰਮੀ ਬੀਨ ਨਾ ਵਜਾਵੇ ਜੋਗੀ ਮੇਰੇ ਪੈਰ ਨਾਲ ਨੱਚਣ ਹੋ ਰਹੇ। ਬਿਲਕੁਲ ਬਿਲਕੁਲ, ਗਾਣਿਆਂ ਦੀ ਗੱਲ ਕਰਦੇ ਤੇ ਨੱਚਣ ਨੂੰ ਗਾਉਣ ਨੂੰ ਦਿਲ ਕਰ ਹੀ ਜਾਂਦਾ ਹਰ ਇੱਕ। ਲੇਕਿਨ ਮੇਰੀ ਇਸ ਤੋਂ ਵੀ ਪਹਿਲਾਂ ਸ਼ੁਰੂਆਤ ਹੋਈ ਉਦੋਂ ਗੁਲਸ਼ਨ ਕੁਮਾਰ ਜੀ ਟੀ ਸੀਰੀਜ਼ ਕੰਪਨੀ ਵਾਲੇ 1981 ਦੇ ਵਿੱਚ ਮੇਰੀ ਪਹਿਲੀ ਕੈਸਟ ਜਿਹੜੀ ਸੀਗੀ ਉਹ ਜ਼ਹਿਰ ਇਸ਼ਕ ਦਾ ਉਹਨਾਂ ਨੇ ਰਿਲੀਜ਼ ਕੀਤੀ ਸੀ। ਉਦੋਂ ਕੈਸਟ ਦਾ ਜ਼ਮਾਨਾ ਸੀ, ਉਹਨਾਂ ਨੇ ਕੈਸਟ ਰਿਲੀਜ਼ ਕੀਤੀ ਸੀ ਜ਼ਹਿਰ ਇਸ਼ਕ ਦਾ। ਤੇ ਇਹ ਜਿਹੜਾ ਹੈਗਾ ਇਸ ਗੀਤਾਂ ਨੂੰ ਮੇਰੀ ਸ਼ਾਗਿਰਦ ਹੈ ਗਿੱਕ ਗਰੇਵਾਲ ਚੰਡੀਗੜ੍ਹ ਰਹਿੰਦੀ ਹੈ, ਉਹਨੇ ਗਾਇਆ ਸੀ। ਠੀਕ ਠੀਕ ਠੀਕ, ਬਹੁਤ ਸਾਰਾ ਪਿਆਰ ਮਿਲਿਆ ਤੇ ਉਹ ਗਾਣਿਆਂ ਨੂੰ ਸੁਣ ਕੇ ਅੱਜ ਵੀ ਮਜ਼ਾ ਆਉਂਦਾ ਹੈ ਤੇ ਕਦੇ ਕਦੇ ਸੁਣਨ ਨੂੰ ਦਿਲ ਕਰਦਾ ਤੇ ਪੈਰ ਥਰਕ ਪੈਂਦੇ ਨੇ। ਤੇ ਬਹੁਤ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕੀਤੀਆਂ, ਬਹੁਤ ਚੰਗਾ ਲੱਗਿਆ। ਤੇ ਇੱਕ ਲਾਸਟ ਮੈਸੇਜ ਤੁਸੀਂ ਅੱਜ ਦੀ ਜਨਰੇਸ਼ਨ ਨੂੰ ਕੀ ਦੇਣਾ ਚਾਹੋਗੇ? ਦਰਅਸਲ ਐਕਚੁਅਲੀ ਗੱਲ ਇਹ ਹੈਗੀ ਹੈ ਕਿ ਕੋਈ ਕਿਸੇ ਨੂੰ ਮੈਸੇਜ ਤਾਂ ਕੋਈ ਨਹੀਂ ਦੇ ਸਕਦਾਗਾ, ਕਿਉਂਕਿ ਹਰ ਇੱਕ ਨੇ ਆਪਣੀ ਕਰਨੀ ਹੁੰਦੀ ਹੈ, ਆਪਣੇ ਮਨ ਦੀ ਕਰਨੀ ਹੁੰਦੀ ਹੈ। ਲੇਕਿਨ ਮੈਂ ਇੱਕ ਜਿਹੜੀ ਹੈਗੀ ਹੈ ਗੱਲ ਜ਼ਰੂਰ ਆਪਣੇ ਵੱਲੋਂ ਨਿਮਰਤਾ ਸਹਿਤ ਕਹਿਣੀ ਚਾਹਾਂਗਾ ਕਿ ਸਾਡੇ ਪੰਜਾਬੀ ਲੋਕਾਂ ਦੇ ਕੋਲ ਸਭ ਕੁਝ ਹੈ। ਅਸੀਂ ਘਰੋਂ ਬੜੇ ਚੰਗੇ ਰੱਜੇ ਪੁੱਜੇ ਹਾਂ, ਚੰਗਾ ਖਾਂਦੇ ਹਾਂ, ਚੰਗੇ ਪੀਂਦੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਕਲਾ ਤੇ ਆਰਟ ਦੇ ਪੱਖੋਂ ਜਿਹੜਾ ਨਾ ਉਹ ਅਸੀਂ ਬਹੁਤ ਪਿੱਛੇ ਹੈਗੇ ਹਾਂ। ਬਿਲਕੁਲ ਸਾਡੇ ਵਿੱਚ ਜਿਹੜੀ ਆਰਟ ਦੀ ਜਿਹੜੀ ਚਾਸ਼ਨੀ ਹੈ ਉਹ ਸਾਨੂੰ ਬਹੁਤ ਘੱਟ ਮਿਲਦੀ ਹੈ। ਉਹਦੇ ਬੜੇ ਰੀਜ਼ਨ ਹੋ ਸਕਦੇ ਨੇ, ਪਰ ਮੈਂ ਨਵੀਂ ਜਨਰੇਸ਼ਨ ਨੂੰ ਇਹੀ ਜਿਹੜੀ ਹੈਗੀ ਕਹਿਣਾ ਚਾਹਾਂਗਾ ਕਿ ਰੰਗਮੰਚ ਨੂੰ ਉਹ ਜੁੜਨ, ਸਿਨੇਮੇ ਨਾਲ ਜੁੜਨ, ਲੇਕਿਨ ਇੱਕ ਅੱਛੇ ਸਿਨੇਮੇ ਨਾਲ ਜੁੜਨ ਜਿਹੜਾ ਮੀਨਿੰਗਫੁਲ ਸਿਨੇਮਾ ਹੋਵੇ, ਜਿਹੜਾ ਸਮਾਜ ਦੇ ਵਿੱਚ ਸੇਧ ਦੇ ਸਕਦਾ ਹੋਵੇ। ਤਾਂ ਕੋਸ਼ਿਸ਼ ਕਰਨ ਕਿ ਉਹਨਾਂ ਫਿਲਮਾਂ ਦੇ ਨਾਲ, ਉਹਨਾਂ ਨਾਟਕਾਂ ਦੇ ਨਾਲ ਜੁੜਨ ਜਿਨ੍ਹਾਂ ਵਿੱਚ ਔਰਤ ਜਿਹੜੀ ਹੈਗੀ ਹੈ ਉਸ ਦੀ ਬਿਹਤਰੀ ਵਾਸਤੇ, ਉਹਦੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਨੂੰ ਚਿਤਰਿਆ ਗਿਆ ਹੋਵੇ, ਉਹਦੀ ਜ਼ਿੰਦਗੀ ਦੀ ਬਿਹਤਰੀ ਵਾਸਤੇ ਕੁਛ ਕੀਤਾ ਗਿਆ ਹੋਵੇ। ਅਗਰ ਉਹਨਾਂ ਨਾਟਕਾਂ ਵਿੱਚ ਉਹ ਰੋਲ ਕਰਦੇ ਨੇ ਤਾਂ ਮੈਨੂੰ ਬਹੁਤ ਖੁਸ਼ੀ ਹੈ। ਬਿਲਕੁਲ, ਕਹਿੰਦੇ ਕਿ ਜਦੋਂ ਤੁਸੀਂ ਜ਼ਿੰਦਗੀ ਦੇ ਰੁਝੇਵਿਆਂ ਚੋਂ ਨਿਕਲ ਕੇ ਕੁਝ ਐਸੀਆਂ ਚੀਜ਼ਾਂ ਨਾਲ ਜੁੜਦੇ ਹੋ ਜਿੱਥੋਂ ਸਮਾਜ ਨੂੰ ਚਾਨਣ ਮਿਲੇ ਤੇ ਸਾਨੂੰ ਸੇਧ ਮਿਲੇ ਤੇ ਅਸੀਂ ਆਪਣੇ ਸਮਾਜ ਦਾ ਵਰਤਵਾਰਾ ਜਿਹੜਾ ਹੈਗਾ ਉਹ ਬਦਲ ਸਕਦੇ ਹਾਂ, ਨਵੀਂ ਸੇਧ ਸਮਾਜ ਨੂੰ ਦੇ ਸਕਦੇ। ਤੁਹਾਡਾ ਗੱਲਾਂ ਕਰਕੇ ਬਹੁਤ ਹੀ ਚੰਗਾ ਲੱਗਿਆ ਤੇ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਸਾਡੇ ਸਟੂਡੀਓ 'ਚ ਆਏ, ਆਪਣਾ ਟਾਈਮ ਦਿੱਤਾ ਤੇ ਥੈਂਕ ਯੂ। ਇਸ ਤਰ੍ਹਾਂ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ TVNRI ਦੀ ਸਾਰੀ ਆਡੀਅנס ਦਾ ਕਿ ਤੁਸੀਂ ਸਾਡੇ ਨਾਲ ਜੁੜੇ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ।